ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ ਜੀ, ਪਰਮ ਕਿਰਪਾਲ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਘਰ ਪਰ ਧਰ ਕਰ ਮਾਥ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਬੈਠੇ ਸਭਾ ਮਹਿ, ਸ੍ਰੀ ਗੋਬਿੰਦ ਸਿੰਘ ਰਾਏ। ਥਿਰਿਓ ਖਾਲਸਾ ਚਹੁ ਦਿਸ਼ਨ, ਯਥਾ ਕੁਬੇਰ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਦੀਨ ਦੁਨੀ ਦੇ ਮਾਲਕ, ਜਗਤ ਜੀਵਾਂ ਦੇ ਉਧਾਰ ਕਰਤਾ। ਗੁਰਤਾ ਗੱਦੀ ਤੇ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ ਵੱਡੇ ਭਾਗ ਹਨ। ਸਤਿਗੁਰਾਂ ਦੀ ਰਹਿਮਤ ਹੈ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਨਿਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਕਰੋੜਾਂ ਪਾਪ ਜੀਵ ਦੇ ਲਹਿ ਜਾਂਦੇ ਹਨ, ਉਤਰ ਜਾਂਦੇ ਹਨ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ, ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹਾਰਾਜੀਆਂ ਨੇ ਸਤਿਗੁਰਾਂ ਦੇ ਦਰਸ਼ਨ ਕਿਹੜੇ ਹਨ? ਗੁਰ ਸ਼ਬਦ ਦੀ ਵਿਚਾਰ ਕਰਨੀ, ਗੁਰ ਸ਼ਬਦ ਨਾਲ ਜੁੜਨਾ, ਬਾਣੀ ਪੜ੍ਹਨੀ, ਬਾਣੀ ਦੀ ਵਿਚਾਰ ਨਾਲ ਜੁੜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਦਰਸ਼ਨ ਹਨ। ਔਰ ਇਉਂ ਦਰਸ਼ਨ ਕੀਤਿਆਂ ਕਰੋੜਾਂ ਪਾਪ ਜਿਹੜੇ ਉਤਰ ਜਾਂਦੇ। ਜਿਵੇਂ ਵਸਤਰ ਦੀ ਮੈਲ, ਬਰਤਨਾਂ ਦੀ ਮੈਲ ਜਿਹੜੀ ਹੈ ਸਾਬਣ ਦੇ ਦੁਆਰਾ ਲਾਹੀ ਜਾਂਦੀ। ਭਾਂਡੇ ਜਦੋਂ ਅਸੀਂ ਧੋਨੇ ਆ ਉਹਦੀ ਸੰਧਾਈ ਹੈ, ਭਾਂਡੇ ਮੈਲੇ ਹੋ ਜਾਂਦੇ, ਜੂਠੇ ਹੋ ਜਾਂਦੇ। ਉਹਨਾਂ ਨੂੰ ਅੱਜ ਕੱਲ੍ਹ ਧੋਤਾ ਜਾਂਦਾ ਹੈ ਸਰਫ ਦੇ ਨਾਲ, ਵਿਮ ਸਾਬਣ ਨਾਲ। ਉਹਦੀ ਧੰਦਿਆਈ ਜਿਹੜੀ ਆ ਉਹ ਖਤਮ ਹੋ ਜਾਂਦੀ। ਬਰਤਨ ਜਿਹੜੇ ਹਨ ਉਹ ਸਾਫ਼ ਹੋ ਜਾਂਦੇ, ਲਿਸ਼ਕਣ ਲੱਗ ਜਾਂਦੇ। ਵਸਤਰ ਜਿਹੜੇ ਹਨ ਸਾਬਣ ਦੇ ਦੁਆਰਾ ਧੋਤੇ ਜਾਂਦੇ। ਪਰ ਮਨ ਜਿਹੜਾ ਹੈ, ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਸਮਾਏ। ਮਹਾਰਾਜ ਜੀ ਕਹਿੰਦੇ ਭਾਈ ਮਨ ਨੂੰ ਧੋਣਾ, ਸ਼ਬਦ ਨਾਲ ਜੁੜਨਾ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਨਾਮ ਦੀ ਰੰਗਤ ਦੇ ਦੁਆਰਾ ਮਨ ਦੀ ਮੈਲ ਜਿਹੜੀ ਹੈ ਉਹ ਦੂਰ ਹੁੰਦੀ, ਉਹ ਉਤਰਦੀ ਹੈ। ਭੇਟਤ ਸੰਗ ਭਵਜਲ ਤਾਰੇ। ਸਤਿਗੁਰਾਂ ਦਾ ਸੰਗ, ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਸੰਗਤ ਭਵ ਸਾਗਰ ਤੋਂ ਪਾਰ ਹੋਣ ਦਾ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਸਤਿਗੁਰਾਂ ਦੀ ਸੰਗਤ ਕਰਕੇ ਜੀਵ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਮਹਾਰਾਜੀਆਂ ਦੀ ਬਾਣੀ ਦਾ ਫੈਸਲਾ ਹੈ, ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਇਹ ਸਾਗਰ ਉਹ ਤਰਦਾ ਹੈ, ਸੋਈ ਤਰਦਾ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਸੰਗਤ ਵਿੱਚ ਬਹਿ ਕਰਕੇ। ਕਿਉਂਕਿ ਹਰੀ ਪਰਮੇਸ਼ਰ ਦਾ ਵਾਸਾ ਸਤ ਸੰਗਤ ਵਿੱਚ ਹੈ। ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਵੱਡਿਆਂ ਭਾਗਾਂ ਨੂੰ ਨਾਲ ਸਤਿਗੁਰੂ ਦੀ ਸੰਗਤ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ। ਸਮਾਂ ਦੁਰਲੱਭ ਹੈ ਔਰ ਇਸ ਸਮੇਂ ਦੀਆਂ ਘੜੀਆਂ ਸਵਾਸਾਂ ਨੂੰ ਸਫਲੇ ਬਣਾਉਣ ਦਾ ਸਮਾਂ ਸਤਿਗੁਰਾਂ ਦੀ ਸੰਗਤ ਕਰਨੀ, ਗੁਰ ਇਤਿਹਾਸ ਨੂੰ ਸੁਣਨਾ। ਪਿੱਛੇ ਮਹਾਰਾਜੀਆਂ ਨੇ ਗੁਰਸਿੱਖਾਂ ਨੂੰ ਅਸੀਸ ਦਿੱਤੀ ਭਾਈ ਜਿਹੜਾ ਗੁਰ ਇਤਿਹਾਸ ਨੂੰ ਸਰਵਣ ਕਰਦਾ ਹੈ ਉਹਦੇ ਕਰੋੜਾਂ ਪਾਪ ਜਿਹੜੇ ਹਨ ਉਹ ਦੂਰ ਹੋ ਜਾਂਦੇ। ਮਨ ਨਿਰਮਲ ਹੁੰਦਾ ਹੈ, ਹਿਰਦੇ ਅੰਦਰ ਭਾਵਨਾ ਬਣਦੀ, ਗੁਰੂ ਦਰ ਨੂੰ ਮਨ ਕਰਕੇ ਉਹ ਸਮਰਪਿਤ ਹੋ ਜਾਂਦਾ ਹੈ। ਖਾਲਸਾ ਪਦ ਦੇ ਅਰਥ ਮਹਾਰਾਜੀਆਂ ਨੇ ਸਰਵਣ ਕਰਾਏ। ਖਾਲਸਾ ਕੌਣ ਹੈ? ਜਿਹਦਾ ਹਿਰਦਾ ਸ਼ੁੱਧ ਹੈ। ਕਿਉਂਕਿ ਖਾਲਸ ਉਹ ਧਰਤੀ, ਉਹ ਜ਼ਮੀਨ ਹੈ ਜਿਹਦੇ ਉੱਪਰ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਧਿਕਾਰ ਹੈ। ਖਾਲਸਾ ਸਾਜਿਆ ਗਿਆ ਪਰਮੇਸ਼ਰ ਦੇ ਹੁਕਮ ਨਾਲ। ਕੋਈ ਆਪਣੀ ਮਰਜ਼ੀ ਨਾਲ ਮਹਾਰਾਜੀਆਂ ਨੇ ਪੰਥ ਨਹੀਂ ਚਲਾਇਆ। ਕਿਉਂਕਿ ਗੁਰੂ ਸਾਹਿਬ ਜੀ ਨੂੰ ਹੁਕਮ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਤਾਂ ਸਤਿਗੁਰਾਂ ਨੇ ਆ ਕਰਕੇ ਜਿਹੜਾ ਧਰਮ ਹੈ, ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਫਾੜਨ। ਧਰਮ ਚਲਾਉਣ ਵਾਸਤੇ, ਭਗਤ ਜਨਾਂ ਦੀ ਰੱਖਿਆ ਵਾਸਤੇ, ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਧਰਤੀ 'ਤੇ ਅਵਤਰਪ ਹੋਏ।
ਮਹਾਰਾਜ ਜੀ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਭਾਈ ਸਿਆਮ ਸਿੰਘ ਜੀ ਨੇ ਵਰਤਾਰਾ ਪੁੱਛਿਆ। ਸਤਿਗੁਰੂ ਜੀ ਕਹਿੰਦੇ, ਭਾਈ ਖਾਲਸੇ ਦਾ ਰਾਜ ਹੋਵੇਗਾ ਸਾਰੀ ਧਰਤੀ ਤੇ ਆਉਣ ਵਾਲੇ ਸਮੇਂ ਅੰਦਰ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ, ਖਾਲਸਾਈ ਫੌਜਾਂ ਦਾ ਰਾਜ ਰਿਹਾ। ਫਿਰ ਮਹਾਰਾਜ ਜੀਆਂ ਨੇ ਕਿਹਾ ਅੰਗਰੇਜ਼ਾਂ ਦਾ ਰਾਜ ਹੋਏਗਾ, ਖਾਲਸਾ ਪੰਥ ਨਾਲ ਇਹਦੀ ਸੰਧੀ ਹੋਏਗੀ। ਫਿਰ ਸਦੀਵ ਕਾਲ ਲਈ ਕਾਫੀ ਸਮਾਂ ਜਿਹੜੇ ਇਹ ਅੰਗਰੇਜ਼ ਫਰੰਗੀ ਰਾਜ ਕਰਨਗੇ। ਇਸ ਤਰ੍ਹਾਂ ਗੁਰਸਿੱਖਾਂ ਦੇ ਬਚਨ ਮਹਾਰਾਜ ਜੀਆਂ ਨੇ ਸਰਵਣ ਕਰਦਿਆਂ ਔਰ ਉਹਨਾਂ ਦੇ ਸਵਾਲਾਂ ਦੇ ਸਤਿਗੁਰਾਂ ਨੇ ਜਵਾਬ ਦਿੱਤੇ। ਇੱਕ ਪੰਡਤ ਮਹਾਰਾਜ ਜੀਆਂ ਨੇ ਕਈ ਪੰਡਤਾਂ ਨੂੰ ਬੁਲਾਇਆ, ਭੋਜਨ ਤਿਆਰ ਕਰਵਾਇਆ। ਸਤਿਗੁਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਸਿੰਘਾਂ ਨੂੰ ਕਹਿ ਦਿਓ ਜਿਹੜਾ ਮਾਸ ਖਾਏਗਾ ਉਹਨੂੰ ਮੋਹਰਾਂ ਦਿੱਤੀਆਂ ਜਾਣਗੀਆਂ, ਜਿਹੜਾ ਖੀਰ ਖਾਏਗਾ ਕਹਿਣ ਲੱਗੇ ਉਹਨਾਂ ਨੂੰ ਰੁਪਈਏ ਦਿੱਤੇ ਜਾਣਗੇ। ਮਾਸ ਖਾਣ ਵਾਲਿਆਂ ਦੀ ਗਿਣਤੀ ਕਹਿੰਦੇ ਜ਼ਿਆਦਾ ਹੋ ਗਈ ਔਰ ਜਿਹੜੇ ਖੀਰ ਛਕਣ ਵਾਲੇ ਸਨ ਉਹ ਥੋੜ੍ਹੇ ਹੋ ਗਏ। ਫਿਰ ਸਤਿਗੁਰੂ ਜੀ ਕਹਿੰਦੇ, ਭਾਈ ਐਂ ਕਹੋ ਜਿਹੜੇ ਖੀਰ ਖਾਣਗੇ ਉਹਨਾਂ ਨੂੰ ਮੋਹਰਾਂ ਦਿੱਤੀਆਂ ਜਾਣਗੀਆਂ ਔਰ ਜਿਹੜੇ ਮਾਸ ਖਾਣੇ ਵਾਲੇ ਹਨ ਉਹ ਤਾਂ ਅਹਿੰਸਕ ਹਨ, ਗਊ ਹੱਤਿਆ ਕਰਨ ਵਾਲੇ ਹਨ, ਜੀਵ ਹੱਤਿਆ ਕਰਨ ਵਾਲੇ ਹਨ, ਉਹਨਾਂ ਨੂੰ ਕਹਿਣ ਲੱਗੇ ਰੁਪਈਏ। ਫਿਰ ਜਿਹੜੀ ਗਿਣਤੀ ਸੀ ਕਹਿਣ ਲੱਗੇ ਫਿਰ ਖੀਰ ਖਾਣ ਵਾਲਿਆਂ ਦੀ ਜ਼ਿਆਦਾ ਹੋ ਗਈ। ਸਤਿਗੁਰੂ ਜੀ ਦੇਖਣਾ ਚਾਹੁੰਦੇ ਸਨ ਵੀ ਧਰਮੀ ਪੁਰਸ਼ ਕਿਹੜਾ ਹੈ, ਕੇਵਲ ਮਾਇਆ ਦਾ ਹੀ ਲਾਲਚ ਹੈ ਜਾਂ ਹਿਰਦੇ ਅੰਦਰ ਧਰਮ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਿਹਾ ਹੈ, ਕੂੜ ਬੋਲ ਮੁਰਦਾਰ ਖਾਏ, ਹਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਕਹਿਣ ਲੱਗੇ ਮੁਰਦਾ ਖਾਣ ਦੇ ਬਰਾਬਰ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ, ਉਹ ਕਹਿ ਦਿੰਦਾ ਵੀ ਮੈਂ ਮਾਸ ਨਹੀਂ ਖਾਂਦਾ, ਪਰ ਪਰਾਇਆ ਹੱਕ ਤਾਂ ਖਾਣਾ। ਸਤਿਗੁਰੂ ਜੀ ਕਹਿੰਦੇ, ਭਾਈ ਉਹ ਵੀ ਤਾਂ ਮਾਸ ਖਾਣ ਦੇ ਬਰਾਬਰ ਹੈ, ਕਿਸੇ ਦਾ ਹੱਕ ਖੋਹ ਕੇ ਖਾ ਜਾਣਾ। ਅੱਜ ਕੱਲ੍ਹ ਤਾਂ ਹੈ ਹੀ ਧੋਖਾ ਧੜੀ ਦੀ ਜਿਹੜੀ ਠੱਗੀ ਠੋਰੀ ਚੱਲ ਰਹੀ, ਕਿਸੇ ਦਾ ਹੱਕ ਖਾ ਜਾਣਾ। ਕਹਿਣ ਲੱਗੇ ਵੈਸੇ ਕਹਿਣ ਲੱਗਿਆ ਮੈਂ ਧਰਮੀ ਹਾਂ। ਧਰਮੀ ਹੋਣ ਦਾ ਮਹਾਰਾਜ ਜੀ ਕਹਿੰਦੇ ਤੂੰ ਨਾਟਕ ਕਰਦਾ ਹੈ, ਜਦੋਂ ਦੂਜੇ ਦਾ ਹੱਕ ਖੋਹ ਕੇ ਖਾਣਾ ਫਿਰ ਤਾਂ ਤੂੰ ਮੁਰਦਾ ਹੀ ਖਾ ਰਿਹਾ। ਬਾਹਰੀ ਤੌਰ 'ਤੇ ਜਿੰਨਾ ਮਰਜ਼ੀ ਧਰਮ ਅਪਣਾਈ ਜਾ, ਜਦੋਂ ਦੂਸਰੇ ਦਾ ਹੱਕ ਮਾਰ ਲੈਣਾ ਫਿਰ ਤੂੰ ਇਹ ਮੁਰਦਾ ਹੀ ਖਾ ਰਿਹਾ, ਮਾਸ ਹੀ ਖਾ ਰਿਹਾ। ਇੱਥੇ ਬ੍ਰਾਹਮਣਾਂ ਨੂੰ ਮਹਾਰਾਜ ਜੀਆਂ ਨੇ ਸਿੱਖਿਆ ਦਿੱਤੀ, ਜਿੱਥੇ ਖੀਰ ਖਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਗਈ। ਕਹਿਣ ਲੱਗੇ ਭਾਈ ਤੁਸੀਂ ਆਪਣਾ ਧਰਮ ਤਾਂ ਨਹੀਂ ਅਪਣਾਇਆ, ਹਿਰਦੇ ਅੰਦਰ ਉਹ ਧਰਮ ਦੀ ਸਿੱਖਿਆ ਨਹੀਂ ਅਪਣਾਈ, ਪਰ ਇੱਕ ਕੇਵਲ ਦੌਲਤ ਦੇ ਬਦਲੇ, ਇਹ ਲਾਲਚ ਦੇ ਬਦਲੇ ਤੁਸੀਂ ਆਪਣਾ ਦੀਨ ਛੱਡ ਦਿੰਦੇ ਹੋ, ਆਪਣਾ ਧਰਮ ਛੱਡ ਦਿੰਦੇ ਹੋ। ਬਹੁਤ ਸਾਰੇ ਹਿੰਦੂ ਜਿਹੜੇ ਸੀ ਔਰੰਗਜ਼ੇਬ ਦੇ ਸਮੇਂ ਲਾਲਚਵਸ ਹੋ ਕਰਕੇ ਜਿਨ੍ਹਾਂ ਨੇ ਇਸਲਾਮ ਧਰਮ ਕਬੂਲ ਕੀਤਾ, ਕਈਆਂ ਨੇ ਆਪਣੀਆਂ ਬਹੂ ਬੇਟੀਆਂ ਦੇ ਰਿਸ਼ਤੇ ਦਿੱਤੇ ਕਿ ਸਾਡਾ ਧਰਮ ਬਚਿਆ ਰਹੇ। ਪਰ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਗਊ ਗਰੀਬ ਦੀ ਰੱਖਿਆ ਵਾਸਤੇ। ਜਰਵਾਣੇ ਦੀ ਭਖਿਆ, ਜਰਵਾਣੇ ਦੀ ਬੋਲੀ, ਉਹਨੂੰ ਜਿਹੜੀ ਬੋਲੀ ਸੀ ਉਹ ਸੱਚ ਦੀ ਬੋਲੀ ਸਿਖਾਉਣ ਵਾਸਤੇ ਮਹਾਰਾਜ ਜੀਆਂ ਨੇ ਫਿਰ ਸ਼ਾਸਤਰ ਫੜੇ। ਉਹਦੀ ਬੋਲੀ ਵਿੱਚ ਉਸੇ ਤਰ੍ਹਾਂ ਜਵਾਬ ਦੇਣਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਐਸੀ ਦ੍ਰਿੜਤਾ, ਐਸਾ ਸਪਿਰਟ ਜਿਹੜਾ ਸੀ ਆਪਣੇ ਖਾਲਸੇ ਪੰਥ ਅੰਦਰ ਭਰਿਆ। ਮੂੰਹ ਤੋੜਵਾਂ ਜਵਾਬ ਜਿਹੜਾ ਸੀ ਮੁਗਲ ਫੌਜਾਂ ਨੂੰ ਖਾਲਸੇ ਨੇ ਦਿੱਤਾ। ਇਹ ਵਾਰਤਾ ਕਵੀ ਜੀ ਸਰਵਣ ਕਰਾ ਰਹੇ ਹਨ। ਆਓ ਸਾਧ ਸੰਗਤ, ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮਹਿ, ਸ੍ਰੀ ਗੋਬਿੰਦ ਸਿੰਘ ਰਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਹਨ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੇ ਰਾਜੇ ਸਤਿਗੁਰੂ ਜੀ ਸ੍ਰੀ ਗੋਬਿੰਦ ਰਾਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
ਸਭਨਾ ਤੋਂ ਉੱਤਮ ਸਤਿਗੁਰੂ ਜੀ, ਸਭਨਾ ਤੋਂ ਵੱਡਾ ਤਖਤ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਕਿਉਂਕਿ ਦੁਨੀਆ ਦੇ ਤਖਤ ਜਿਹੜੇ ਹਨ ਉਹ ਝੂਠੇ ਹਨ। ਦੁਨੀਆ ਦੇ ਬਾਦਸ਼ਾਹ ਦੀ ਜਿਹੜੀ ਵਡਿਆਈ ਹੁੰਦੀ ਹੈ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਦੂਜ ਦਾ ਚੰਦਰਮਾ ਜਿਹੜਾ ਹੈ ਘਟਦਾ ਘਟਦਾ ਇੱਕ ਦਿਨ ਮੱਸਿਆ ਦੀ ਕਾਲੀ ਬੋਲੀ ਰਾਤ ਵਿੱਚ ਸਮਾ ਜਾਂਦਾ ਹੈ। ਔਰ ਇਸੇ ਤਰ੍ਹਾਂ ਦੁਨੀਆ ਦੇ ਬਾਦਸ਼ਾਹ ਦੀ ਜਿਹੜੀ ਵਡਿਆਈ ਹੈ, ਉਹਦੀ ਬਾਦਸ਼ਾਹਤ ਹੈ, ਇੱਕ ਦਿਨ ਘਟਦਿਆਂ ਘਟਦਿਆਂ ਹਨੇਰੇ ਵਿੱਚ ਆ ਜਾਂਦੀ, ਮੱਸਿਆ ਦੇ ਵਿੱਚ ਅਲੋਪ ਹੀ ਹੋ ਜਾਂਦੀ, ਕਿਉਂਕਿ ਮੱਸਿਆ ਹਨੇਰਾ ਹੈ। ਔਰ ਜਿਹੜਾ ਸੱਚ ਚੰਦਰਮਾ ਹੈ, ਸੱਚ ਰੂਪੀ ਚੰਦਰਮਾ ਸਦੀਵ ਕਾਲ ਲਈ ਉਹਨੇ ਪੂਰਨਮਾਸੀ ਦੇ ਚੰਦਰਮਾ ਦੀ ਤਰ੍ਹਾਂ ਉਸੇ ਤਰ੍ਹਾਂ ਖਿੜਿਆ ਰਹਿਣਾ ਹੈ। ਸੱਚ ਕਦੇ ਮਿਟਦਾ ਨਹੀਂ, ਸੱਚ ਕਦੇ ਨਾਸ਼ ਨਹੀਂ ਹੁੰਦਾ। ਜਿਹੜਾ ਸੱਚਾ ਤਖਤ ਹੈ ਉਸ ਤਖਤ ਨੂੰ ਕਦੇ ਵੀ ਤਬਦੀਲ ਨਹੀਂ ਕੀਤਾ ਜਾ ਸਕਦਾ, ਉਹ ਤਖਤ ਕਦੇ ਬਦਲਦਾ ਨਹੀਂ। ਜਿਹੜਾ ਸੱਚ ਆਪਣੇ ਆਪ ਵਿੱਚ ਪੂਰਾ ਹੈ, ਇਸ ਕਰਕੇ ਉਹ ਤਖਤ ਪੂਰਨ ਤਖਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਤਖਤ ਤੇ ਸੁਭਾਇਮਾਨ ਹਨ। ਥਿਰਿਓ ਖਾਲਸਾ ਚੋ ਦਿਸ਼ਨ ਯਥਾ ਕੁਬੇਰ ਸੁਹਾਏ। ਸਤਿਗੁਰੂ ਜੀ ਦੀਵਾਨ ਦੇ ਵਿੱਚ ਸਜੇ ਹੋਏ ਔਰ ਸਤਿਗੁਰੂ ਜੀ ਦੀਆਂ ਫੌਜਾਂ, ਖਾਲਸਾ ਪੰਥ ਆਸੇ ਪਾਸੇ ਮਹਾਰਾਜੀਆਂ ਦੇ ਕੋਲ ਬੈਠਾ ਹੈ। ਚੌਪਈ ਸਿੱਖਨ ਕੋ ਉਪਦੇਸ਼ ਬਤਾਵਤ। ਗੁਰਸਿੱਖਾਂ ਨੂੰ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਨ ਤੇ ਜਨਮ ਮਰਨ ਛੁਟ ਜਾਵਤ। ਜਿਸ ਉਪਦੇਸ਼ ਦੇ ਦੁਆਰਾ ਜਨਮ ਮਰਨ ਦੂਰ ਹੋ ਜਾਂਦਾ, ਛੁਟਕਾਰਾ ਹੋ ਜਾਂਦਾ। ਕਿਉਂਕਿ ਜੀਵ ਮਨੁੱਖਾ ਜਨਮ ਮਿਲਿਆ ਹੀ ਇਸ ਕਰਕੇ ਹੈ ਕਿ ਤੂੰ ਇਹ ਜਨਮ ਮਰਨ ਤੋਂ ਛੁਟਕਾਰਾ ਤੇਰਾ ਹੋ ਜਾਏ। ਬੰਧਨ ਜਿਹੜੇ ਪਏ ਹੋਏ ਜਨਮ ਅਤੇ ਮਰਨ ਦੇ ਬੰਧਨ ਹਨ, ਔਰ ਇਹਨਾਂ ਬੰਧਨਾਂ ਤੋਂ ਤੂੰ ਮੁਕਤ ਹੋ ਸਕੇ, ਤੇਰਾ ਛੁਟਕਾਰਾ ਹੋ ਸਕੇ। ਇਸੇ ਕਰਕੇ ਤੈਨੂੰ ਆ ਮਨੁੱਖਾ ਜੀਵਨ ਜਿਹੜਾ ਮਿਲਿਆ, ਕਿਉਂਕਿ ਤੇਰੇ ਕੋਲ ਵਿਚਾਰ ਹੈ। ਵਿਚਾਰ ਜਿਹੜੀ ਹੈ ਤੇਰੇ ਹਿਰਦੇ ਅੰਦਰ ਸੱਚ ਦੀ ਵਸ ਗਈ, ਫਿਰ ਤੇਰਾ ਜਿਹੜਾ ਹੈ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੋ ਜਾਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਹੈ ਉਹ ਸੱਚ ਦੀ ਵਿਚਾਰ ਦਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਚਾਰ ਦਾ ਖਜ਼ਾਨਾ ਹਨ, ਵਿਚਾਰ ਦਾ ਸਮੁੰਦਰ ਹਨ। ਉਹ ਵਿਚਾਰ ਸਤਿਗੁਰਾਂ ਦੀ ਸੱਚ ਦੀ ਹੈ। ਜਿਹੜਾ ਸੱਚ ਦੀ ਵਿਚਾਰ ਨਾਲ ਜੁੜੇਗਾ ਬੰਧਨਾਂ ਤੋਂ ਮੁਕਤ ਹੋਏਗਾ, ਔਰ ਜਿਹੜਾ ਦੁਨਿਆਵੀ ਵਿਚਾਰ ਨਾਲ ਜੁੜਿਆ ਹੋਇਆ ਹੈ ਫਿਰ ਬੰਧਨ ਵਿੱਚ ਫਸੇਗਾ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਨੇ ਅੱਜ ਉਪਦੇਸ਼ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਿਨ। ਸਮਗਰ ਇੱਛਾਵਾਂ ਪੂਰਨ ਕਰਨਹਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਉਸ ਪਰਮੇਸ਼ਰ ਦੇ ਵਸ ਸਾਰਾ ਕੁਝ ਹੀ ਹੈ। ਕਾਮ ਧੇਨ ਗਊ ਕਲਪ ਬ੍ਰਿਸ਼, ਜਿਹੜਾ ਕਿ ਕਾਮਨਾਵਾਂ ਪੂਰੀਆਂ ਕਰਦਾ ਹੈ, ਗਊ ਕਾਮਨਾਵਾਂ ਪੂਰੀਆਂ ਕਰਦੀ ਹੈ। ਸਨਾਤਨ ਧਰਮ ਦੇ ਅੰਦਰ ਗਊ ਦੀ ਪੂਜਾ ਇਸੇ ਕਰਕੇ ਕੀਤੀ ਜਾਂਦੀ ਕਿ ਕਾਮ ਧੇਨ ਗਊ ਜਾਣ ਕਰਕੇ ਕਿ ਕਾਮਨਾਵਾਂ ਪੂਰੀਆਂ ਕਰਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ, ਕਿਉਂਕਿ ਗਊ ਨੂੰ ਵੀ ਪੈਦਾ ਕਰਨ ਵਾਲਾ ਉਹ ਹੈ ਜਿਹਦੇ ਵਸ ਹੈ ਸਾਰਾ ਕੁਝ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ। ਜਿਹਦੇ ਵਸ ਸਾਰਾ ਹੀ ਜਹਾਨ ਹੈ, ਫਿਰ ਉਹਦੇ ਨਾਲ ਜੁੜ, ਉਹਦੀ ਪੂਜਾ ਕਰ, ਜਿਹੜਾ ਸਮਗਰ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਐਸੇ ਵਾਹਿਗੁਰੂ ਪਰਮੇਸ਼ਰ ਉਸ ਹਰੀ ਨੂੰ ਧਿਆਉਣਾ ਕਰ, ਤਾਂ ਕਿ ਤੈਨੂੰ ਸਮਗਰ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਣ। ਕਿਉਂਕਿ ਮਨ ਦਾ ਸੁੱਖ ਜਿਹੜਾ ਹੈ ਉਹ ਪਰਮੇਸ਼ਰ ਦੀ ਭਗਤੀ ਹੈ। ਪਦਾਰਥਾਂ ਦੇ ਦੁਆਰਾ ਮਨ ਕਦੇ ਨਹੀਂ ਰੱਜਦਾ। ਜੇ ਅਸੀਂ ਕਹੀਏ ਪਦਾਰਥਾਂ ਦੇ ਨਾਲ ਮਨ ਦੀ ਭੁੱਖ ਪੂਰੀ ਹੋ ਜਾਏ, ਕਿਉਂਕਿ ਮਨ ਜਿਹੜਾ ਹੈ ਕਦੇ ਤ੍ਰਿਪਤ ਨਹੀਂ ਹੁੰਦਾ। ਪਦਾਰਥਾਂ ਦੀ ਪੂਰਤੀ ਕਰਦਿਆਂ ਕਰਦਿਆਂ ਜੀਵ ਥੱਕ ਜਾਂਦਾ ਹੈ। ਇੱਕ ਪਦਾਰਥ ਪੂਰਾ ਹੋਇਆ ਤਾਂ ਦੂਸਰੇ ਪਦਾਰਥ ਦੀ ਭੁੱਖ ਜਿਹੜੀ ਮਨ ਦੀ ਲਾਲਸਾ ਵਧੀ ਜਾਂਦੀ। ਮਨ ਰੱਜਦਾ ਹੈ
ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸੇ। ਤ੍ਰਿਪਤ ਹੁੰਦਾ ਫੇਰ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਮਨ ਕਰਕੇ ਤਨ ਕਰਕੇ ਜਦੋਂ ਰਸਨਾ ਦੇ ਦੁਆਰਾ ਜੀਵ ਪਰਮੇਸ਼ਰ ਦੇ ਨਾਮ ਨੂੰ ਜਪੇ, ਫਿਰ ਇਹ ਤ੍ਰਿਪਤ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਤੈਨੂੰ ਸਮਗਰ ਸੁਖ ਪ੍ਰਾਪਤ ਹੋਣਗੇ ਜੇ ਤੂੰ ਪ੍ਰਭੂ ਦੀ ਭਗਤੀ ਕਰੇਗਾ। ਇਉਂ ਸਤਿਗੁਰੂ ਜੀ ਉਪਦੇਸ਼ ਕਰਦੇ ਗੁਰਸਿੱਖਾਂ ਨੂੰ। ਇਹ ਉਪਦੇਸ਼ ਜਿਹੜਾ ਹੈ ਫਿਰ ਗੁਰਸਿੱਖ ਆਪਣੇ ਜੀਵਨ ਅੰਦਰ ਕਮਾਉਂਦੇ, ਫਿਰ ਜੀਵਨ ਸਫਲਾ ਹੁੰਦਾ ਹੈ। ਸੰਸਾਰਿਕ ਬੰਧਨਾਂ ਤੋਂ ਜੀਵ ਦਾ ਛੁਟਕਾਰਾ ਹੁੰਦਾ ਹੈ ਜਦੋਂ ਜੀਵ ਗੁਰੂ ਉਪਦੇਸ਼ ਨੂੰ ਕਮਾਵੇ, ਉਪਦੇਸ਼ ਨੂੰ ਜਪੇ। ਜਪਦਿਆਂ ਜਪਦਿਆਂ ਕਹਿਣ ਲੱਗੇ ਬੰਧਨ ਮੁਕਤ ਹੋ ਜਾਂਦਾ, ਕਿਉਂਕਿ ਭਵ ਸਾਗਰ ਤੋਂ ਪਾਰ ਹੋਣ ਦਾ ਜਿਹੜਾ ਤਰੀਕਾ ਹੈ ਪਰਮੇਸ਼ਰ ਦਾ ਨਾਮ ਹੈ। ਨਾਮ ਤੋਂ ਬਿਨਾ ਹੋਰ ਕੋਈ ਵੀ ਸਹਾਰਾ ਨਹੀਂ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ। ਤੇਰੀ ਸਹਾਇਤਾ ਕਰਨ ਵਾਲਾ ਉੱਥੇ ਪਰਮੇਸ਼ਰ ਦਾ ਨਾਮ ਹੈ। ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਹਨ ਔਰ ਮਹਾਰਾਜ ਜੀ ਗੁਰਸਿੱਖਾਂ ਨੂੰ ਪਵਿੱਤਰ ਉਪਦੇਸ਼ ਦੇ ਰਹੇ। ਭਾਈ ਆਹ ਰਸਤਾ ਹੈ ਜੀਵਨ ਨੂੰ ਸਫਲ ਬਣਾਉਣ ਦਾ। ਇਸ ਰਸਤੇ ਤੁਰਿਆਂ ਜੀਵਨ ਜਿਹੜਾ ਹੈ ਉਹ ਸਫਲ ਹੁੰਦਾ ਹੈ, ਜੀਵਨ ਸਫਲ ਬਣਦਾ ਹੈ। ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾਂ। ਯਾਤਰਾ ਤੇਰੀ ਸਫਲ ਹੋਈ ਔਰ ਤੇਰਾ ਆਉਣਾ ਜਾਣਾ ਜਿਹੜਾ ਸੀ ਉਹ ਮੁੱਕ ਗਿਆ। ਕਦੋਂ ਮੁੱਕਿਆ? ਜਦੋਂ ਸਤਿਗੁਰੂ ਦੇ ਦਰਸ਼ਨ ਤੈਨੂੰ ਪ੍ਰਾਪਤ ਹੋ, ਜਦੋਂ ਸਤਿਗੁਰੂ ਦੀ ਸੰਗਤ ਵਿੱਚ ਆ ਕਰਕੇ ਬੈਠਾ, ਤਾਂ ਤੇਰਾ ਆਉਣ ਜਾਣ ਜਿਹੜਾ ਹੈ ਉਹ ਮੁੱਕ ਜਾਣਾ ਹੈ। ਇਉਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਭਰਤਾ ਸਿੱਖੋ ਹਿਤ ਕੀ ਸੁਨਹੁ। ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਹੋਇਆਂ ਗੁਰਸਿੱਖ ਜਦੋਂ ਬੈਠੇ ਹਨ ਔਰ ਕਹਿਣ ਲੱਗੇ ਭਰਾਤਾ ਸਿੱਖੋ, ਤੁਹਾਡੇ ਹਿੱਤ ਦੀ ਇੱਕ ਵਾਰਤਾ ਹੈ, ਇੱਕ ਕਥਾ ਹੈ, ਆਪ ਜੀ ਸੁਣਨਾ ਕਰੋ। ਸਤਿਨਾਮ ਸਤਿਗੁਰ ਨਿਤ ਭਣਹੁ। ਮਹਾਰਾਜ ਜੀਆਂ ਨੇ ਕਿਹਾ ਭਾਈ ਸਤਿਨਾਮ ਦਾ ਜਾਪ ਕਰੋ। ਅੱਜ ਦੇ ਉਪਦੇਸ਼ ਵਿੱਚ ਵੀ ਇਹੀ ਹੈ, ਜਪ ਮਨ ਸਤਿਨਾਮ ਸਦਾ ਸਤਿਨਾਮ। ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਤੇਰਾ ਲੋਕ ਅਤੇ ਪਰਲੋਕ, ਲੋਕ ਇਸ ਜੀਵਨ ਵਿੱਚ ਰਹਿੰਦਿਆਂ, ਪਰਲੋਕ ਜਿਹੜਾ ਹੈ ਤੇਰਾ ਅਗਲਾ ਮਾਰਗ। ਜਦੋਂ ਇੱਥੇ ਰਹਿ ਕੇ ਆਪਣਾ ਜੀਵਨ ਸਵਾਰੇਗਾ ਸੁਤੇ ਸਿੱਧੀ ਤੇਰਾ ਪਰਲੋਕ ਜਿਹੜਾ ਉਹ ਸਵਰ ਜਾਣਾ, ਕਿਉਂਕਿ ਪਰਲੋਕ ਵੀ ਇੱਥੇ ਹੀ ਹੈ ਔਰ ਲੋਕ ਵੀ ਇੱਥੇ ਹੀ ਹੈ। ਇਸ ਕਰਕੇ ਦੋਨੋਂ ਹੀ ਲੋਕ ਜਿਹੜੇ ਹਨ ਤੇਰੇ ਸੁਖਮਈ ਹੋ ਗਏ, ਤੇਰਾ ਜੀਵਨ ਜਿਹੜਾ ਸੁਹਾਵਣਾ ਹੋ ਗਿਆ। ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੋ, ਸਤਿਨਾਮ ਸਤਿਗੁਰ ਨਿਤ ਭਣੋ। ਸਤਿਗੁਰੂ ਦੀ ਰਸਨਾ ਤੋਂ ਮਿਲਿਆ ਹੋਇਆ ਸੱਚਾ ਨਾਮ ਜਿਹੜਾ ਹੈ ਨਿਤ ਜਪੋ, ਨਿਤ ਜਪਣਾ ਕਰੋ। ਜਿਨ ਤੇ ਪਾਏ ਪਰਮ ਸੁਖ ਥਿਰਹੁ। ਜਿਸ ਨਾਮ ਦੇ ਦੁਆਰਾ ਤੁਹਾਨੂੰ ਸਮਗਰ ਸੁਖ ਪ੍ਰਾਪਤ ਹੋਣੇ ਹਨ। ਲੱਖ 84 ਜੂਨ ਨ ਫਿਰਹੁ। 84 ਲੱਖ ਦੀਆਂ ਜੂਨਾਂ ਤੋਂ ਜਿਹੜਾ ਛੁਟਕਾਰਾ ਹੈ ਉਹ ਪਰਮੇਸ਼ਰ ਦੇ ਨਾਮ ਕਰਕੇ ਹੋਣਾ ਹੈ। ਕਹਿਣ ਲੱਗੇ ਜਿਹੜਾ ਛੁਟਕਾਰਾ ਹੈ ਬਾਰ-ਬਾਰ ਗਰਭ ਜੂਨਾਂ ਦੇ ਵਿੱਚ ਆਉਣਾ, ਇਸ ਕਰਕੇ 84 ਦਾ ਜਿਹੜਾ ਗੇੜ ਹੈ, ਇਸ ਗੇੜ ਤੋਂ ਜਿਹੜੀ ਮੁਕਤੀ, ਕਿਉਂਕਿ ਇਹੀ ਬੰਧਨ ਹੈ ਜਨਮ ਮਰਨ ਦਾ ਬੰਧਨ, ਬਾਰ-ਬਾਰ ਜੰਮਣਾ ਮਰਨਾ 84 ਦਾ ਗੇੜ। ਇਹਦੇ ਤੋਂ ਛੁਟਕਾਰਾ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਨੇ ਕਰਾਉਣਾ ਹੈ। ਵੱਡੇ ਭਾਗ ਮਨੁੱਖ ਤਨ ਪਾਇਓ। ਤੁਹਾਡੇ ਵੱਡੇ ਭਾਗ ਹਨ ਕਿ ਤੁਹਾਨੂੰ ਆ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਪ੍ਰਾਪਤ ਹੋਈ ਹੈ ਦੇਹੀ, ਤੁਹਾਡੇ ਵੱਡੇ ਭਾਗ ਹਨ। ਹਾਨ ਲਾਭ ਜਿਸ ਮੇ ਦਰਸਾਇਓ। ਜਿਹਨੇ ਆਪਣੇ ਇਸ ਜੀਵਨ ਦੇ ਵਿੱਚ ਲਾਭ ਅਤੇ ਹਾਨੀ ਕਹਿਣ ਲੱਗੇ ਦੇਖ ਲਈ, ਜਿਹਨੂੰ ਚਾਨਣ ਹੋ ਗਿਆ ਵੀ ਮੇਰੇ ਵਾਸਤੇ ਲਾਹਾ ਕੀ ਹੈ, ਮੇਰੇ ਵਾਸਤੇ ਘਾਟਾ ਕੀ ਹੈ। ਸਤਿਗੁਰੂ ਜੀ ਕਹਿੰਦੇ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕਉ ਬੇਗ ਧਾਇਆ। ਮਹਾਰਾਜ ਜੀਆਂ ਦੀ ਬਾਣੀ ਦਾ ਫੈਸਲਾ ਹੈ। ਸਤਿਗੁਰੂ ਜੀ ਕਹਿੰਦੇ ਜਿੱਥੇ ਤੈਨੂੰ ਲਾਹਾ ਪ੍ਰਾਪਤ ਹੋਣਾ ਉੱਥੇ ਤੈਨੂੰ ਆਲਸ ਪੈ ਜਾਂਦੀ, ਉੱਥੇ ਤੂੰ ਢਿੱਲ ਵਰਤਦਾ,
ਹੁਣ ਤਾਂ ਤੈਨੂੰ ਸਾਰੇ ਹੀ ਸੁੱਖ ਸਾਧਨ ਹਨ, ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਕਮਰੇ ਦੀ ਚਾਰ ਦੀਵਾਰੀ ਦੇ ਅੰਦਰ ਹੀ ਪਰਮੇਸ਼ਰ ਨੇ ਐਸੀ ਵਿਧ ਬਖਸ਼ਿਸ਼ ਕਰ ਦਿੱਤੀ ਕਿ ਸਾਰੇ ਸੁੱਖ ਸਾਧਨ ਤੈਨੂੰ ਕਮਰੇ ਵਿੱਚ ਹੀ ਮਿਲ ਗਏ। ਵਾਸ਼ਰੂਮ ਵੀ ਕਮਰੇ ਵਿੱਚ ਹੀ ਹੈ, ਦੂਰ ਨਹੀਂ ਜਾਣਾ ਪੈਂਦਾ, ਸਾਰਾ ਕੁਝ ਕਮਰੇ ਦੇ ਵਿੱਚ ਹੀ ਪਰਮੇਸ਼ਰ ਨੇ ਉਪਲਬਧ ਕਰਾ ਦਿੱਤਾ। ਫਿਰ ਵੀ ਬੈੱਡ ਤੋਂ ਉੱਠ ਕਰਕੇ ਵਾਸ਼ਰੂਮ ਤੱਕ ਜਾਣਾ, ਇਸ਼ਨਾਨ ਕਰਨਾ ਬੜਾ ਔਖਾ ਲੱਗਦਾ ਕਹਿਣ ਲੱਗੇ। ਔਰ ਫਿਰ ਇਹ ਨਹੀਂ ਵੀ ਠੰਡੇ ਪਾਣੀ ਨਾਲ ਤਾਂ ਇਸ਼ਨਾਨ ਕਰਨਾ, ਹੁਣ ਤਾਂ ਗਰਮ ਪਾਣੀ ਦੇ ਸਾਧਨ ਹਨ, ਗੀਜ਼ਰ ਲੱਗੇ ਹੋਏ ਹਰ ਇੱਕ ਘਰ ਦੇ ਵਿੱਚ ਉਪਲਬਧ ਨੇ ਐਸੇ ਸੁੱਖ ਸਾਧਨ। ਪਹਿਲੇ ਸਮਿਆਂ ਅੰਦਰ ਖੂਹ ਵਿੱਚੋਂ ਪਾਣੀ ਕੱਢ ਕੇ ਦੂਰੋਂ ਲੈ ਕੇ ਆਉਣਾ ਪਾਣੀ, ਔਰ ਘੜਿਆਂ ਦੇ ਵਿੱਚ ਸਟੋਰ ਕੀਤਾ ਹੁੰਦਾ ਸੀ ਪਾਣੀ, ਔਰ ਘੜੇ ਵਿੱਚੋਂ ਹੀ ਲੈ ਕੇ ਇਸ਼ਨਾਨ ਕਰਨਾ। ਉਦੋਂ ਕਿੰਨੀ ਪਰਪੱਕਤਾ ਸੀ, ਗੁਰੂ ਬਚਨਾਂ 'ਤੇ ਕਿੰਨਾ ਭਰੋਸਾ ਹੁੰਦਾ ਸੀ। ਔਰ ਨਲਕਾ ਗੇੜ ਕੇ ਇਸ਼ਨਾਨ ਕਰਨਾ, ਕਹਿਣ ਲੱਗੇ ਆਪ ਗੇੜ ਕੇ ਪਾਣੀ ਕੱਢਣਾ, ਇਸ਼ਨਾਨ ਕਰਨਾ। ਉਦੋਂ ਹਿਰਦੇ ਅੰਦਰ ਪਰਪੱਕਤਾ ਸੀ, ਦ੍ਰਿੜਤਾ ਸੀ। ਹੁਣ ਕਿੰਨੇ ਸੁੱਖ ਸਾਧਨ ਹਨ, ਪਰ ਹੁਣ ਮਨ ਜਿਹੜਾ ਹੈ ਕਿੰਨੀ ਆਲਸ ਵਰਤਦਾ, ਵੀ ਉੱਠ ਕੇ ਵਾਸ਼ਰੂਮ ਤੱਕ ਜਾਣਾ ਬੜਾ ਔਖਾ ਲੱਗਦਾ, ਇਸ਼ਨਾਨ ਕਰਨਾ ਬੜਾ ਔਖਾ ਲੱਗਦਾ। ਮਹਾਰਾਜ ਜੀ ਕਹਿੰਦੇ ਭਾਈ ਜਿੱਥੇ ਤੈਨੂੰ ਲਾਹਾ ਪ੍ਰਾਪਤ ਹੋਣਾ, ਕਹਿੰਦੇ ਬੜੀ ਢਿੱਲ ਵਰਤਦਾ ਹੈ। ਲਾਹੇ ਕਹੋ ਤੂੰ ਢੀਲਾ ਢੀਲਾ, ਟੋਟੇ ਕਹੋ ਵੇਗ ਤਾਇਆ। ਔਰ ਜਿੱਥੇ ਘਾਟਾ ਪ੍ਰਾਪਤ ਹੋਣਾ ਹੋਵੇ ਉੱਥੇ ਦੌੜਿਆ ਫਿਰਦਾ। ਜਿਹੜਾ ਘਾਟੇ ਵਾਲਾ ਸੌਦਾ ਹੈ, ਕਿਉਂਕਿ ਇਹ ਸੌਦਾ ਤਾਂ ਤੇਰੇ ਤਨ ਤੱਕ ਹੈ, ਤੇਰੇ ਮਨ ਦੀ ਖੁਰਾਕ ਜਿਹੜੀ ਹੈ ਉਹ ਪਰਮੇਸ਼ਰ ਦਾ ਭਜਨ ਹੈ। ਜਿੱਥੋਂ ਤੈਨੂੰ ਲਾਹਾ ਪ੍ਰਾਪਤ ਹੋਣਾ ਹੈ ਉਹਦੇ ਵਾਸਤੇ ਕੁਝ ਕਰਦਾ ਹੀ ਨਹੀਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਸਿੱਖਾਂ ਨੂੰ ਸਮਝਾਉਂਦੇ, ਭਾਈ ਵੱਡੇ ਭਾਗ ਹਨ ਤੁਹਾਡੇ ਕਿ ਮਨੁੱਖਾ ਜਨਮ ਤੁਸੀਂ ਪ੍ਰਾਪਤ ਕੀਤਾ ਹੈ। ਔਰ ਲਾਹੇ ਔਰ ਕਹਿਣ ਲੱਗੇ ਹਾਨੀ ਵਾਲਾ ਜਿਹੜਾ ਇਹ ਭਾਗ ਸੀ, ਤੁਹਾਨੂੰ ਦੋਨਾਂ ਦਾ ਦਰਸ਼ਨ ਹੋ ਗਿਆ। ਦਰਸਾਇਆ ਤੁਸੀਂ ਆਪਣੇ ਜੀਵਨ ਅੰਦਰ ਕਿ ਲਾਹੇ ਵਾਲਾ ਸੌਦਾ ਕਿਹੜਾ ਹੈ ਔਰ ਘਾਟੇ ਵਾਲਾ ਸੌਦਾ ਕਿਹੜਾ ਹੈ। ਜਿਹਨੂੰ ਇਹ ਚਾਨਣ ਹੋ ਗਿਆ, ਫਿਰ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ, ਫਿਰ ਉਹ ਪਰਮੇਸ਼ਰ ਦੀ ਭਗਤੀ ਕਰਦਾ ਹੈ, ਕਿਉਂਕਿ ਇਹੀ ਲਾਹਾ ਹੈ, ਇਹੀ ਲਾਹਾ ਜਿਹੜਾ ਇਹਨੇ ਨਾਲ ਲੈ ਕਰਕੇ ਜਾਣਾ, ਪਰਮੇਸ਼ਰ ਦਾ ਜਸ, ਪਰਮੇਸ਼ਰ ਦੀ ਭਗਤੀ। ਮਹਾਰਾਜ ਜੀ ਕਹਿੰਦੇ ਤੁਹਾਡੇ ਵੱਡੇ ਭਾਗ ਹਨ। ਮਹਾਰਤਨ ਕੋ ਪਾਏ ਨ ਖੋਵਹੁ। ਪਰਮੇਸ਼ਰ ਦਾ ਨਾਮ ਹੈ ਮਹਾਨ ਰਤਨ, ਔਰ ਇਸ ਰਤਨ ਨੂੰ ਪਾ ਕਰਕੇ ਕਦੇ ਗਵਾਉਣਾ ਨਹੀਂ ਚਾਹੀਦਾ, ਇਹਨੂੰ ਸੰਭਾਲ ਕੇ ਰੱਖੋ। ਸਤਿਗੁਰੂ ਨੇ ਜਿਹੜਾ ਤੁਹਾਨੂੰ ਉਪਦੇਸ਼ ਦਿੱਤਾ, ਉਸ ਉਪਦੇਸ਼ ਦੀ ਪੰਡ ਬੰਨ੍ਹ ਲਵੋ। ਕਹਿਣ ਲੱਗੇ ਪੋਟਲੀ ਬੰਨ੍ਹ ਕੇ ਉਹਨੂੰ ਹਮੇਸ਼ਾ ਨਾਲ ਰੱਖੋ, ਕਿਉਂਕਿ ਇਹ ਪੋਟਲੀ ਹੈ ਜਿਹੜੀ ਤੂੰ ਆਪਣੇ ਨਾਲ ਲੈ ਕਰਕੇ ਜਾਏਗਾ। ਦੁਨੀਆ ਦੀ ਪੋਟਲੀ ਜਿਹੜੀ ਇੱਥੇ ਛੱਡ ਜਾਣੀ। ਸਾਡੀ ਜਿੰਨੀ ਪ੍ਰੋਪਰਟੀ ਹੈ ਅੱਗੇ ਪਰਿਵਾਰ ਨੇ ਸੰਭਾਲ ਲੈਣੀ। ਕਹਿਣ ਲੱਗੇ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਨਾਰ ਹੈ ਸਾਡੀ ਧਨ ਸੰਪਤੀ ਮਾਇਆ। ਜਦੋਂ ਇਹਦਾ ਮਾਲਕ ਕਹਿਣ ਲੱਗੇ ਚੜ੍ਹਾਈ ਕਰਦਾ, ਧਨ ਸੰਪਤੀ ਧਨ ਦੌਲਤ ਜਿੰਨਾ ਕਮਾਈ ਕੀਤੀ, ਕਹਿਣ ਲੱਗੇ ਉਸ ਮਾਲਕ ਦੀ ਇਹ ਘਰ ਵਾਲੀ ਰੋਂਦੀ ਨਹੀਂ ਹੈ, ਇਹ ਮਾਇਆ ਨਹੀਂ ਰੋਂਦੀ, ਕਿਉਂਕਿ ਇਹਦੀ ਰਾਖੀ ਕਰਨ ਵਾਲੇ ਅੱਗੇ ਹੋਰ ਵੰਡੀਆਂ ਪੈ ਜਾਂਦੀਆਂ, ਅੱਗੇ ਖੜੇ ਹੋ ਜਾਂਦੇ। ਉਸ ਰਖਵਾਰਾ ਔਰੋ ਹੋਵੇ। ਤੇਰੇ ਕੋਲੇ ਕੀ ਰਿਹਾ? ਕਹਿਣ ਲੱਗੇ ਭਾਈ ਪੋਟਲੀ ਬੰਨ੍ਹਣੀ ਹੈ ਜੇ ਪਰਮੇਸ਼ਰ ਦੇ ਨਾਮ ਦੀ ਬੰਧਨਾ ਕਰ। ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਸੰਭਾਲ, ਕਿਉਂਕਿ ਇਹ ਕੀਮਤੀ ਰਤਨ ਹੈ ਜਿਹੜਾ ਤੇਰੇ ਨਾਲ ਜਾਣਾ ਹੈ। ਛਾਪਾਂ ਛੱਲੇ ਅੰਗੂਠੀਆਂ ਕੜਾ ਸਭ ਪਰਿਵਾਰ ਨੇ ਲਾ ਲੈਣਾ। ਜਿੰਨੀ ਜ਼ਮੀਨਦਾਰ ਦੇ ਕਾਗਜ਼ਾਤ ਹਨ ਸਾਰੇ ਪਹਿਲਾਂ ਹੀ ਨਾ ਹੋ ਜਾਂਦੇ। ਕਹਿਣ ਲੱਗੇ ਬਾਪੂ ਸਾਡੇ ਨਾਂ ਕਰਾ ਦੇ। ਇਸ ਕਰਕੇ ਤੇਰੇ ਕੋਲ ਕੀ ਰਿਹਾ? ਚਲੇ ਜੁਆਰੀ ਦੋਏ ਹੱਥ ਝਾੜ। ਜਿਵੇਂ ਜੂਆ ਖੇਡਣ ਵਾਲਾ ਦੋਨੋਂ ਹੱਥ ਝਾੜ ਕੇ ਜਦੋਂ ਹਾਰ ਜਾਂਦਾ, ਕਹਿਣ ਲੱਗੇ ਦੋਨੋਂ ਹੱਥ ਝਾੜ ਕੇ ਉੱਠ ਖੜਦਾ ਵੀ ਹੁਣ ਤਾਂ ਕੁਝ ਨਹੀਂ, ਅੱਗੇ ਲਾਉਣ ਵਾਸਤੇ ਹੁਣ ਕੁਝ ਨਹੀਂ ਹੈ। ਹੱਥ ਝਾੜ ਦਿੱਤੇ ਵੀ ਖਾਲੀ ਹੋ ਗਿਆ ਭਾਈ। ਇਸੇ ਤਰ੍ਹਾਂ ਤੂੰ ਵੀ ਆਪਣੇ ਮਨੁੱਖਾ ਜੀਵਨ ਦੀ ਬਾਜੀ ਜਦੋਂ ਹਾਰ ਕੇ ਜਾ ਰਿਹਾ, ਤੇਰਾ ਵੀ ਜੀਵਨ ਜੁਆਰੀ ਵਰਗਾ ਹੈ। ਤੇਰੇ ਪੱਲੇ ਕੀ ਰਿਹਾ ਭਾਈ? ਸਭ ਕੁਝ ਇੱਥੇ ਛੱਡ ਗਿਆ, ਜਾਣਾ ਹੈ ਸੰਸਾਰ ਤੋਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਰਤਨ ਗੁਰੂ ਉਪਦੇਸ਼ ਜਿਹੜਾ ਹੈ ਉਹ ਕੀਮਤੀ ਹੈ, ਔਰ ਇਸ ਰਤਨ ਨੂੰ ਸੰਭਾਲੋ। ਇਹ ਰਤਨ ਆਪਣੇ ਕਹਿਣ ਲੱਗੇ ਪੱਲੇ ਬੰਨ੍ਹ ਕੇ ਰੱਖੋ। ਗੁਰ ਕਾ ਬਚਨ ਬਸੈ ਜੀ ਨਾਲੇ।
ਜਿਸ ਹਿਰਦੇ ਅੰਦਰ ਸਤਿਗੁਰੂ ਦਾ ਬਚਨ ਹੈ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਪਾਣੀ ਵਿੱਚ ਡੁੱਬਦਾ ਨਹੀਂ, ਚੋਰ ਇਹਨੂੰ ਤੇਰੇ ਪਾਸੋਂ ਖੋਹ ਨਹੀਂ ਸਕੇਗਾ, ਅੱਗ ਇਹਨੂੰ ਸਾੜ ਕੇ ਸੁਆਹ ਨਹੀਂ ਕਰ ਸਕੇਗੀ, ਕਿਉਂਕਿ ਤਨ ਤਾਂ ਅੱਗ ਨੇ ਸਾੜ ਦੇਣਾ, ਸਾਰਾ ਕੁਝ ਸੜ ਕੇ ਸੁਆਹ ਹੋ ਜਾਣਾ। ਹਾੜ ਜੜੇ जले जैसे लकड़ी का फूला, केस जले जैसे घाल घास का फूला, हाड़ जरे जैसे लकड़ी का फूला। कह लगे तो इस तरह सड़ के सुआह हो जाना। और जिहड़ा परमेश्वर का नाम है, कह लगे जदों वो है तेरे कोल, जल नहीं डूबै तस्कर नहीं लेवै, भाहे ना साके जाले। हिरदे अंदर परमेश्वर का नाम है, फिर तेरे किते भी रुकावट नहीं, तैनू परवाह नहीं है। रहन स्थिर नह नीके जो हो। अपने हिरदे अंदर ये बचन संभाल लवो कि सदैव काल असी इत्थे रहना नहीं है। जो जीव आया है उन्हें एक दिन संसार तो जाना है। ਗਿਣਵਾ ਸਮਾਂ ਜਿਹੜਾ ਹੈ ਸਾਨੂੰ ਮਿਲਿਆ ਹੋਇਆ, ਇੱਕ ਦਿਨ ਆਹ ਦਿਸਦਾ ਜਿਹੜਾ ਪਸਾਰਾ ਹੈ ਇਹ ਛੱਡ ਕਰਕੇ ਸੰਸਾਰ ਤੋਂ ਜਾਣਾ। ਕੀ ਪਤਾ ਕਦੋਂ ਪਰਮੇਸ਼ਰ ਦਾ ਹੁਕਮ ਆ ਜਾਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਦਮ ਦਾ ਭਰੋਸਾ ਨਹੀਂ ਹੈ, ਹਰ ਇੱਕ ਦਮ ਦੇ ਨਾਲ ਪਰਮੇਸ਼ਰ ਦੀ ਸੰਭਾਲ ਕਰ, ਪਰਮੇਸ਼ਰ ਨੂੰ ਯਾਦ ਕਰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। क्योंकि हम आदमी हाँ एक दमी, मोहलत मोहत ना जाना, नानक बिनवै तिसै सरेवो जाके जी प्राणा। भाई ओनू सरेवो, ओनू संभालो जिन्ना चिर तेरे हिरदे अंदर प्राण चल रहे हैं। प्राण किहदे दिते होए हन? उस परमेश्वर दे, जिहदे ये जी अते प्राण हन। उस वाहिगुरू परमेश्वर नू सरेवो, सवास सवास जपो, क्योंकि सदैव काल ਲਈ ਕਿਸੇ ਨੇ ਵੀ ਇੱਥੇ ਥਿਰ ਨਹੀਂ ਰਹਿਣਾ। ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜਾ ਸਥਾਨ ਹੈ ਇਹਨੂੰ ਆਪਣਾ ਨਿਸ਼ਚਿਤ ਨਾ ਇਹ ਕਰਕੇ ਮੇਰਾ ਸदैव ਕਾਲ ਲਈ ਆਹੀ ਘਰ ਹੈ, ਆਹੀ ਟਿਕਾਣਾ ਹੈ। ਇੱਥੇ ਸदैव ਕਾਲ ਲਈ ਕਿਸੇ ਨੇ ਰਹਿਣਾ ਨਹੀਂ ਹੈ। ਸਿਮਰਨ ਸ੍ਰੀ ਸਤਿਗੁਰ ਸਤਨਾਮੋ। ਸਿਮਰਨਾ ਕਰੋ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਪ੍ਰਾਪਤ ਹੋਇਆ ਸੱਚਾ ਨਾਮ। ਸਤਨਾਮ ਦਾ ਜਾਪ, ਸਤਿਗੁਰੂ ਦੇ ਮੁਖਾਰ ਬਿੰਦ ਤੋਂ ਤੈਨੂੰ ਇਹ ਉਪਦੇਸ਼ ਪ੍ਰਾਪਤ ਹੋਇਆ ਔਰ ਇਹਨੂੰ ਸਵਾਸ ਸਵਾਸ ਜਪ ਤਾਂ ਕਿ ਤੇਰੇ ਜੀਵਨ ਦਾ ਉਧਾਰ ਹੋ ਸਕੇ। ਲਾਹ ਨਰ ਤਨ ਕੋ ਅਬਿਰਮੋ। ਔਰ ਮਨੁੱਖਾ ਤਨ ਦਾ ਲਾਹਾ ਇਹ ਹੈ, ਤੈਨੂੰ ਸੋਝੀ ਆ ਜਾਵੇ, ਤੈਨੂੰ ਗਿਆਨ ਹੋਵੇ। ਮਨੁੱਖਾ ਜੀਵਨ ਅੰਦਰ ਲਾਭ ਵਾਲਾ ਸੌਦਾ ਹੈ ਪਰਮੇਸ਼ਰ ਦਾ ਨਾਮ, ਸੱਚੇ ਨਾਮ ਦਾ ਜਾਪ ਕਰਨਾ। ਸਤਨਾਮ ਵਾਹਿਗੁਰੂ ਜਿਨ੍ਹਾਂ ਨੇ ਜਪਿਆ ਸਮਝ ਆ ਗਈ, ਸੋਝੀ ਆ ਗਈ ਕਿ ਆਹੀ ਮਨੁੱਖਾ ਜੀਵਨ ਦਾ ਲਾਹਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੋਬਿੰਦ ਵਾਹਿਗੁਰੂ ਪਰਮੇਸ਼ਰ ਨੂੰ ਭਜੋ, ਭੁੱਲਣਾ ਨਹੀਂ, ਕਿਉਂਕਿ ਇਹੀ ਮਨੁੱਖਾ ਜੀਵਨ ਦਾ ਲਾਹਾ ਹੈ। ਇਸ ਬਿਦ ਕਹਿਤ ਤੇ ਜਿਹ ਸਮੈ। ਸਤਿਗੁਰੂ ਜੀ ਇਸ ਪ੍ਰਕਾਰ ਸਭਨਾਂ ਨੂੰ ਇਹ ਉਪਦੇਸ਼ ਮਹਾਰਾਜ ਜੀ ਸਰਵਣ ਕਰਾਉਂਦੇ ਹਨ। ਇੱਕ ਸਿੱਖਣੀ ਆਈ ਕੀ ਨਵੈ। ਇੱਕ ਸਿੱਖਣੀ ਆਈ ਹੈ, ਇੱਕ ਬੀਬੀ ਆਈ ਮਹਾਰਾਜ ਜੀਆਂ ਨੂੰ, ਉਹਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਫਿਰ ਸਮੀਪ ਹੋਏ ਲਾਗੀ ਰੋਵਨ। ਮਹਾਰਾਜ ਜੀਆਂ ਦੇ ਸਨਮੁਖ ਖੜੀ ਹੋ ਕਰਕੇ ਮਨ ਵਿੱਚ ਬੈਰਾਗ ਆਇਆ, ਰੋਣ ਲੱਗ ਪਈ ਹੈ। ਅਸ਼ਰਪਾਤ ਤੇ ਬਸਤਰ ਭਿਗੋਵਨ। ਇੰਨਾ ਜਲ ਵਗਿਆ ਉਹਦੇ ਨੇਤਰਾਂ ਵਿੱਚੋਂ, ਹੰਝੂ ਵਗੇ ਕਿ ਉਹਨੇ ਆਪਣੇ ਜਿਹੜੇ ਬਸਤਰ ਸਨ ਸਾਰੇ ਹੰਝੂਆਂ ਨਾਲ ਭਿਉਂ ਲਏ ਹਨ। ਸਿਰ ਮੁਖ ਤੇ ਤਬ ਪੂਜਨ ਕਰੀ। ਸਤਿਗੁਰੂ ਜੀ ਪੁੱਛਦੇ ਹਨ ਭਾਈ ਕੀ ਕਾਰਨ ਹੈ, ਇਸ ਬੈਰਾਗ ਦਾ ਕੀ ਕਾਰਨ ਹੈ? ਕਿਉ ਬਿਰਲਾਪਤ ਕਿਆ ਦੁਖ ਭਰੀ। ਕੀ ਦੁੱਖ ਹੈ ਤੈਨੂੰ, ਕਿਉਂ ਇੰਨਾ ਬਿਰਲਾਪ ਕਰਦੀ ਹੈ? ਪੁਨ ਕਰ ਜੋਰ ਉਚਾਰਨ ਲਾਗੀ। ਫਿਰ ਹੱਥ ਜੋੜ
ਕੇ ਇਹ ਬੀਬੀ ਮਹਾਰਾਜਿਆਂ ਦੇ ਚਰਨਾਂ 'ਚ ਬੇਨਤੀ ਕਰਦੀ ਹੈ। ਸੁਨੋ ਗੁਰੂ ਜੀ ਮੈਂ ਦੁਖ ਭਾਗੀ। ਸਤਿਗੁਰੂ ਜੀ ਸੁਣੋ, ਮੈਂ ਦੁੱਖਾਂ ਦੀ ਮਾਰੀ ਹੋਈ ਹਾਂ, ਦੁੱਖਾਂ ਵਿੱਚ ਪਈ ਹੋਈ ਹਾਂ। ਮਮ ਭਰਤਾ ਦਰਸ਼ਨ ਹਿਤ ਆਇਓ। ਮੇਰੇ ਘਰ ਵਾਲਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ। ਇਤ ਮਰ ਗਇਓ ਅਧਿਕ ਦੁਖ ਪਾਇਓ। ਆਉਂਦਿਆਂ ਆਉਂਦਿਆਂ ਮਹਾਰਾਜ ਜੀਓ ਅਚਾਨਕ ਉਹਦੀ ਰਸਤੇ ਵਿੱਚ ਆਉਂਦਿਆਂ ਹੀ ਮੌਤ ਹੋ ਗਈ। ਇਸ ਕਰਕੇ ਮਹਾਰਾਜ ਪਤੀ ਦੇ ਵਿਛੋੜੇ ਦਾ ਦੁੱਖ ਹੈ, ਇਸ ਦੁੱਖ ਕਰਕੇ ਮੈਂ ਰੋਂਦੀ ਹਾਂ। ਸੱਚੇ ਪਾਤਸ਼ਾਹ ਕਿਆ ਕਰਾਂ। ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਦੱਸੋ ਮੈਂ ਕੀ ਕਰਾਂ। ਮੈਂ ਪਰਦੇਸਨ ਅਬ ਕਿਤ ਥਿਰਾਓ। ਸਤਿਗੁਰੂ ਜੀ ਮੈਂ ਤਾਂ ਪਰਦੇਸਣ ਹਾਂ, ਹੁਣ ਮੇਰਾ ਕੋਈ ਵੀ ਸਹਾਰਾ ਨਹੀਂ ਹੈ, ਹੁਣ ਮੈਂ ਕਿੱਥੇ ਰਹਾਂ, ਮੈਂ ਕੀ ਕਰਾਂ। ਨਗਰ ਜਲਾਲਾਬਾਦ ਸਦੂਰ। ਮੇਰਾ ਜਿਹੜਾ ਨਗਰ ਹੈ ਮਹਾਰਾਜ ਉਹ ਜਲਾਲਾਬਾਦ ਹੈ ਔਰ ਇੱਥੋਂ ਬਹੁਤ ਦੂਰ ਹੈ। ਵਿਧਵਾ ਭਈ ਪਰਿਓ ਦੁਖ ਭੂਰ। ਵਿਧਵਾ ਹੋਣ ਕਰਕੇ ਮਹਾਰਾਜ ਦੁੱਖਾਂ ਦਾ ਪਹਾੜ ਜਿਹੜਾ ਹੈ ਉਹ ਮੇਰੇ ਤੇ ਟੁੱਟ ਪਿਆ। ਇਸ ਕਰਕੇ ਮਹਾਰਾਜ ਹੁਣ ਸਮਾਜ ਵਿੱਚ ਰਹਿਣਾ, ਸੰਸਾਰ ਵਿੱਚ ਰਹਿਣਾ, ਇਹ ਵੀ ਮੇਰੇ ਵਾਸਤੇ ਇੱਕ ਵੱਡਾ ਦੁੱਖ ਜਿਹੜਾ ਇਹ ਪਹਾੜ ਖੜਾ ਹੈ। ਅਬ ਮੇਰਾ ਕੋਈ ਨਾ ਇਸ ਦੇਸ਼। ਹੁਣ ਮੇਰਾ ਕੌਣ ਹੈ ਮਹਾਰਾਜ, ਇਸ ਦੇਸ਼ ਵਿੱਚ ਮੇਰਾ ਕੋਈ ਵੀ ਨਹੀਂ ਹੈ। ਇਸ ਪ੍ਰਕਾਰ ਕੋ ਪਰਿਓ ਕਲੇਸ਼। ਮਹਾਰਾਜ ਜੀ ਆਹੀ ਵੱਡਾ ਕਲੇਸ਼ ਹੈ ਮੇਰੇ ਜੀਵਨ ਅੰਦਰ ਕਿ ਹੁਣ ਮੇਰਾ ਕੋਈ ਵੀ ਸਹਾਰਾ ਨਹੀਂ ਹੈ। ਦੋਹਰਾ ਹੁਆ ਬਚਨ ਤਬ ਸੰਗਤੀ ਆਯੁਧ ਬਲਦੋ ਨਿਤ। ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ, ਭਾਈ ਗੁਰਸਿੱਖੋ ਆਪਣੇ ਤਨ ਤੇ ਸ਼ਾਸਤਰ ਸਜਾਉਣਾ ਕਰੋ, ਹਮੇਸ਼ਾ ਆਪਣੇ ਤਨ ਤੇ ਸ਼ਾਸਤਰ ਧਾਰਨ ਕਰਨਾ ਕਰੋ। ਸੁਣਿਆ ਮੰਨਿਆ ਬਾਕ ਤਿਨ ਸ਼ਸਤਰ ਸੰਗਤੀ ਮਿੱਤ। ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਬਚਨ ਸੁਣਿਆ ਹੈ ਔਰ ਸੁਣ ਕੇ ਮਨ ਵਿੱਚ ਵਸਾ ਲਿਆ ਹੈ, ਕਮਾਇਆ ਹੈ, ਔਰ ਮਹਾਰਾਜੀਆਂ ਦਾ ਬਚਨ ਸੰਗਤ ਨੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਸਭਨਾਂ ਨੇ ਸ਼ਾਸਤਰਾਂ ਦੀ ਸੰਭਾਲ ਕੀਤੀ ਔਰ ਆਪਣੇ ਤਨ ਤੇ ਸ਼ਾਸਤਰ ਸਜਾਏ ਹਨ। ਲੜਤੀ ਸੰਗਤ ਗੁਰੂ ਕੀ ਸੁਨ ਬਿਕ ਸਤਿਗੁਰ ਦਿਆਲ। ਔਰ ਸੁਣ ਕਰਕੇ ਮਹਾਰਾਜ ਜੀ ਦਇਆਲੂ ਸਤਿਗੁਰੂ ਜੀ। ਵਾਰ ਭਗਉਤੀ ਪਠਨ ਕਰ ਸੰਗਤ ਤੁਰਕਨ ਸਾਲ। ਔਰ ਮਹਾਰਾਜੀਆਂ ਨੇ ਫਿਰ ਵਾਰ ਸ੍ਰੀ ਭਗਉਤੀ ਜੀ ਕੀ। ਗੁਰੂ ਸਾਹਿਬ ਜੀ ਨੇ ਪਾਵਨ ਵਾਰ ਸੰਗਤ ਨੂੰ ਸਰਵਣ ਕਰਾਈ ਹੈ। ਸਿੱਖ ਬੜਾਈ ਕਰਤ ਆਪ ਸ਼ਸਤਰ ਕਰੈ ਬਹੁ ਜੁੱਧ। ਗੁਰਸਿੱਖਾਂ ਦੀ ਵਡਿਆਈ ਕਰਦੇ ਹਾਂ ਕਿਉਂਕਿ ਸ਼ਾਸਤਰਾਂ ਦੇ ਦੁਆਰਾ ਗੁਰਸਿੱਖ ਸ਼ਾਸਤਰਾਂ ਨੂੰ ਪਿਆਰ ਕਰਦਾ ਹੈ ਔਰ ਆਪਣੇ ਤਨ ਤੇ ਸ਼ਾਸਤਰ ਧਾਰਨ ਕਰਦਾ ਹੈ, ਸ਼ਾਸਤਰ ਸਜਾ ਕਰਕੇ ਰੱਖਦਾ ਹੈ ਔਰ ਸ਼ਾਸਤਰ ਦੇ ਦੁਆਰਾ ਹੀ ਦੁਸ਼ਟਾਂ ਦਾ ਸੰਘਾਰ ਕਰਦਾ ਹੈ, ਯੁੱਧ ਕਰਦਾ ਹੈ। ਤੁਰਕਨ ਸੋਵਦ ਦਾ ਗਿਆ ਸਭ ਸੰਗਤ ਕੋ ਕ੍ਰੁੱਧ। ਤੁਰਕਾਂ ਦੇ ਨਾਲ ਜਿਹੜਾ ਬਦਲਾ ਲੈਣਾ ਹੈ ਤੁਰਕਾਂ ਤੋਂ, ਤੁਰਕਾਂ ਦੀਆਂ ਜੜ੍ਹਾਂ ਪੁੱਟਣੀਆਂ, ਤੁਰਕਾਂ ਦਾ ਸੰਘਾਰ ਕਰਨਾ, ਨਾਸ਼ ਕਰਨਾ, ਕਿਉਂਕਿ ਸ਼ਾਸਤਰਾਂ ਦੁਆਰਾ ਹੀ ਹੋਣਾ। ਜੇ ਸ਼ਾਸਤਰਾਂ ਦੀ ਸੰਭਾਲ ਕਰਦਾ ਹੈ ਸਿੱਖ, ਫਿਰ ਸ਼ਾਸਤਰਾਂ ਦੇ ਦੁਆਰਾ ਦੁਸ਼ਮਣ ਦਾ ਮੁਕਾਬਲਾ ਵੀ ਕਰ ਸਕਦਾ ਹੈ। ਵਦਤੀ ਹੋਵੇ ਮਰੈ ਮਾਰ ਕਰੈ ਭਿਆਨਾ ਨਾਕ। ਔਰ ਜਦੋਂ ਮਾਰੋ ਮਾਰ ਹੁੰਦੀ ਹੋਵੇ ਫਿਰ ਗੁਰਸਿੱਖ ਜੇ ਤਨ ਤੇ ਸ਼ਾਸਤਰ ਧਾਰਨ ਕੀਤੇ ਹੋਏ ਫਿਰ ਮਾਰੋ ਮਾਰ ਦੇਖ ਕੇ ਭਿਆਨਾ ਨਹੀਂ ਕਰਦਾ, ਭੱਜਦਾ ਨਹੀਂ ਹੈ। ਜਦੋਂ ਸ਼ਾਸਤਰ ਕੋਲ ਹਨ ਫਿਰ ਜੰਗ ਦੇ ਮੈਦਾਨ ਵਿੱਚ ਡਟਦਾ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦਿੱਲੀ ਦੀ ਸੰਗਤ ਨੂੰ ਇੱਕ ਵਾਰ ਕਿਹਾ ਸੀ ਕਿ ਸਮਾਂ ਕਿਤੇ ਐਸਾ ਨਾ ਬਣ ਆਵੇ ਤੁਹਾਡੇ ਘਰਾਂ ਦੇ ਵਿੱਚ ਸ਼ਾਸਤਰੀ ਨਾ ਹੋਣ,
ਇਸ ਕਰਕੇ ਹਰ ਇੱਕ ਘਰ ਦੇ ਵਿੱਚ ਸ਼ਾਸਤਰ ਹੋਣਾ ਜ਼ਰੂਰੀ ਹੈ। ਜਿੱਥੇ ਤੁਸੀਂ ਮਹਿੰਗੀਆਂ ਮਹਿੰਗੀਆਂ ਵਸਤੂਆਂ ਖਰੀਦਦੇ ਹੋ, ਲੱਖ ਲੱਖ 2-2 ਲੱਖ ਰੁਪਏ ਦਾ ਫਰਨੀਚਰ ਤੁਹਾਡੇ ਘਰਾਂ ਵਿੱਚ ਪਿਆ ਹੈ, ਉੱਥੇ ਕਿਤੇ ਮਤਾਂ ਤੁਹਾਡੇ ਘਰ ਦੇ ਵਿੱਚ ਕਿਤੇ ਹਥਿਆਰ ਹੀ ਨਾ ਹੋਵੇ, ਸ਼ਾਸਤਰ ਹੀ ਨਾ ਹੋਵੇ। ਕਿਤੇ ਇਹ ਸਮਾਂ ਆ ਜਾਏ ਜੋ ਸ਼ਾਸਤਰ ਨਾ ਹੋਵੇ, ਨਿਹੱਥੇ ਹੋਵੋ, ਫਿਰ ਜਰਵਾਣਿਆਂ ਨੇ ਆ ਕੇ ਤੁਹਾਡੇ ਤੇ ਹਮਲਾ ਕਰ ਦੇਣਾ। ਔਰ ਐਸਾ ਹੀ ਹੋਇਆ ਦਿੱਲੀ ਵਿਖੇ, ਕਿਉਂਕਿ ਗੁਰਸਿੱਖਾਂ ਕੋਲ ਉਸ ਸਮੇਂ ਹਥਿਆਰ ਨਹੀਂ ਸਨ, ਸ਼ਾਸਤਰ ਨਹੀਂ ਸਨ। ਜੇ ਸ਼ਾਸਤਰ ਹੁੰਦੇ, ਸਵੈ ਤਨ ਦੀ ਬੀਬੀਆਂ ਆਪਣੀ ਰੱਖਿਆ ਕਰ ਸਕਦੀਆਂ ਸਨ, ਆਪਣੇ ਤਨ ਦੀ ਸੰਭਾਲ ਕਰ ਸਕਦੀਆਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਬਚਨ ਇਸੇ ਕਰਕੇ ਕਿਹਾ, ਗੁਰਸਿੱਖੋ ਆਪਣੇ ਤਨ ਤੇ ਸ਼ਾਸਤਰ ਦੀ ਸੰਭਾਲ ਕਰੋ। ਤੁਹਾਡੇ ਕੋਲ ਸ਼ਾਸਤਰ ਹੋਣਾ ਚਾਹੀਦਾ। ਜਿੱਥੇ ਸਵੈ ਤਨ ਦੀ ਰੱਖਿਆ ਹੈ, ਜ਼ੁਲਮ ਦੀ ਰੱਖਿਆ ਹੈ, ਉੱਥੇ ਜਰਵਾਣੇ ਦੀ ਪੱਖਿਆ ਹੈ ਸ਼ਾਸਤਰ। ਜਰਵਾਣੇ ਦੀ ਬੋਲੀ ਵਿੱਚ ਕਹਿੰਦੇ ਇਹ ਜ਼ਬਾਨ ਹੈ ਸ਼ਾਸਤਰ, ਉਹਦੀ ਬੋਲੀ ਵਿੱਚ ਜਵਾਬ ਜਿਹੜਾ ਹੈ ਫਿਰ ਸ਼ਾਸਤਰ ਦਿੰਦਾ। ਇਸੇ ਕਰਕੇ ਕਿਹਾ ਹੈ ਜਰਵਾਣੇ ਦੀ ਪੱਖਿਆ, ਜਰਵਾਣੇ ਦੀ ਬੋਲੀ ਹੈ। ਜਿਹੜਾ ਜਰਵਾਣਾ ਚੜ੍ਹ ਕੇ ਆਇਆ ਉਹਨੂੰ ਜਵਾਬ ਤਾਂ ਫਿਰ ਸ਼ਾਸਤਰ ਦੇਵੇਗਾ। ਜੇ ਤੁਹਾਡੇ ਕੋਲ ਸ਼ਾਸਤਰ ਹੈ, ਸ਼ਾਸਤਰ ਦੇ ਦੁਆਰਾ ਫਿਰ ਤੁਸੀਂ ਆਪਣੀ ਸਵੈ ਰੱਖਿਆ ਕਰ ਸਕਦੇ ਹੋ, ਦੁਸ਼ਮਣ ਦਾ ਸੰਘਾਰ ਕਰ ਸਕਦੇ ਹੋ, ਜ਼ੁਲਮ ਦਾ ਟਾਕਰਾ ਕਰ ਸਕਦੇ ਹੋ। ਪੜਿਓ ਹੌਸਲਾ ਜਗਤ ਕੋ, ਹੋਵਤ ਸਿੱਖ ਗੁਰਵਾਕ। ਔਰ ਗੁਰਸਿੱਖਾਂ ਦੇ ਮਨ ਵਿੱਚ ਇਹ ਹੌਸਲਾ ਉਤਸ਼ਾਹ ਪੈਦਾ ਹੋਇਆ। ਸਤਿਗੁਰਾਂ ਦੇ ਬਚਨ ਸੱਤ ਹਨ, ਔਰ ਸੱਤ ਬਚਨ ਮੰਨਦਿਆਂ ਹੋਇਆਂ ਗੁਰਸਿੱਖਾਂ ਨੇ ਆਪਣੇ ਤਨ ਤੇ ਸ਼ਾਸਤਰ ਧਾਰਨ ਕੀਤੇ ਹਨ। ਪ੍ਰੀਤੋ ਪ੍ਰੀਤਾ ਮੀਤੋ ਮੀਤਾ, ਲੱਗੇ ਹੁਣ ਤਬ ਲੋਗ। ਹੁਣ ਹਰ ਇੱਕ ਦੇ ਨਾਲ ਪ੍ਰੀਤ ਹੈ। ਜੇ ਹਿਰਦੇ ਅੰਦਰ ਪ੍ਰੀਤ ਹੈ, ਫਿਰ ਉਹਦੀ ਦ੍ਰਿਸ਼ਟੀ ਅੰਦਰ ਉਹੀ ਪ੍ਰੀਤ ਜਿਹੜੀ ਹੈ ਬਾਹਰ ਵੀ ਝਲਕਦੀ ਹੈ। ਹਿਰਦੇ ਅੰਦਰ ਮਿੱਤਰਤਾ ਭਾਵ ਹੈ, ਫਿਰ ਸਭਨਾਂ ਨੂੰ ਮਿੱਤਰ ਜਾਣਦਾ ਹੈ। ਇਸ ਕਰਕੇ ਪ੍ਰੀਤ ਤੋਂ ਪ੍ਰੀਤ ਪੈਦਾ ਹੁੰਦੀ, ਔਰ ਮਿੱਤਰ ਤੋਂ ਮਿੱਤਰਤਾ ਪੂਰਵਕ ਜਿਹੜੇ ਹਨ ਉਹ ਸੰਬੰਧ ਬਣਦੇ ਹਨ। ਇਉਂ ਮਹਾਰਾਜਿਆਂ ਦੀ ਸੰਗਤ ਵਿੱਚ ਰਹਿੰਦਿਆਂ, ਕਿਉਂਕਿ ਸੰਗਤ ਊਚ ਨੀਚ ਜਾਤ ਪਾਤ ਦਾ ਭੇਦਭਾਵ ਜਿਹੜਾ ਹੈ ਉਹ ਖਤਮ ਕਰਦੀ। ਮਹਾਰਾਜਿਆਂ ਨੇ ਇਹ ਪ੍ਰਥਾ ਚਲਾਈ ਇਸੇ ਕਰਕੇ, ਇੱਕ ਥਾਂ ਤੇ ਬਹਿਣਾ, ਸੱਚ ਦੀ ਸੰਗਤ ਕਰਨੀ, ਜਾਤ ਪਾਤ ਦਾ ਭੇਦਭਾਵ ਹਿਰਦੇ ਅੰਦਰੋਂ ਮਹਾਰਾਜਿਆਂ ਨੇ ਮਿਟਾਇਆ। ਸਤਿਗੁਰੂ ਜੀ ਕਹਿੰਦੇ ਭਾਈ, ਸਤ ਸੰਗਤ ਵਿੱਚ ਬਹਿ ਕਰਕੇ ਗੁਰੂ ਉਪਦੇਸ਼ ਨੂੰ ਕਮਾਉਂਦਿਆਂ ਹਿਰਦੇ ਅੰਦਰ ਮਿੱਤਰਤਾ ਪੈਦਾ ਹੁੰਦੀ, ਪ੍ਰੀਤ ਤੋਂ ਪ੍ਰੀਤ ਪੈਦਾ ਹੁੰਦੀ, ਮਿੱਤਰ ਤੋਂ ਮਿੱਤਰਤਾ ਬਣਦਾ ਹੈ। ਹੋਣ ਲੱਗੇ ਤਬ ਲੋਗ। ਕਿਉਂ? ਮਹਾਰਾਜਿਆਂ ਦੀ ਸੰਗਤ ਵਿੱਚ ਇਹ ਜਿਹੜੀ ਭਾਵਨਾ ਹੈ ਗੁਰਸਿੱਖਾਂ ਦੇ ਹਿਰਦੇ ਅੰਦਰ ਪੈਦਾ ਹੋਈ। ਭਲੇ ਬੁਰੇ ਬਿਦਤੈ ਦੁਰੈ, ਕਹੂੰ ਹਰਖ ਕਹੂੰ ਸੋਗ। ਔਰ ਜਿਹੜੇ ਭਲੇ ਸੀ, ਭਲਿਆਂ ਨੇ ਕਹਿਣ ਲੱਗੇ ਬੁਰਿਆਈ ਦਾ ਜਿਹੜਾ ਸੀ ਉਹ ਟਾਕਰਾ ਕਰਨਾ। ਕਹਿਣ ਲੱਗੇ ਜਿਹੜੇ ਬੁਰੇ ਸੀ, ਬੁਰਿਆਂ ਦੀ ਬੁਰਿਆਈ ਜਿਹੜੀ ਸੀ ਉਹ ਬਿਦਤ ਹੈ, ਪ੍ਰਗਟ ਹੋ ਗਈ। ਔਰ ਜਦੋਂ ਬੁਰਿਆਂ ਦੀ ਬੁਰਿਆਈ ਪ੍ਰਗਟ ਹੋਈ, ਉਹਨਾਂ ਨੇ ਆਪਣੀ ਬੁਰਿਆਈ ਦਾ ਖਾਤਮਾ ਕੀਤਾ। ਆਪਣੇ ਅੰਦਰੋਂ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਵਿੱਚੋਂ ਮਾਰ ਕੱਢੀਆਂ, ਦੂਰ ਹੋ ਗਈਆਂ, ਭਲੇ ਹੋ ਗਏ। ਜਿਹੜੇ ਬੁਰੇ ਸੀ ਉਹ ਭਲੇ ਹੋ ਗਏ। ਹੁਣ ਉਹਨਾਂ ਦੀ ਜਿਹੜੀ ਵਡਿਆਈ ਸੀ ਫਿਰ ਭਲਾਈ ਦੀ ਦੂਰ ਦੂਰ ਤੱਕ ਫੈਲੀ ਹੈ। ਨਾਮ ਜਪੈ ਗੁਰ ਸਿਦਕ ਗੁਰ, ਹੋਵੇ ਅਧਿਕ ਪ੍ਰਸਾਦ। ਨਾਮ ਜਪਦੇ ਹਨ, ਹਿਰਦੇ ਅੰਦਰ ਸਿਦਕ ਹੈ, ਭਰੋਸਾ ਹੈ ਗੁਰੂ ਬਚਨਾਂ ਤੇ। ਨਾਮ ਜਪੈ ਔਰ ਸਿਦਕ ਗੁਰ, ਹਿਰਦੇ ਅੰਦਰ ਗੁਰੂ ਦੇ ਪ੍ਰਤੀ ਸਿਦਕ ਹੈ, ਭਰੋਸਾ ਹੈ। ਕਿਉਂਕਿ ਸਿਦਕ ਤੋਂ ਬਿਨਾਂ ਹਿਰਦੇ ਅੰਦਰ ਨਾਮ ਦਾ ਵਾਸਾ ਨਹੀਂ। ਜੇ ਸਾਨੂੰ ਪੂਰਨ ਭਰੋਸਾ ਹੈ ਨਾਮ ਤੇ, ਫੇਰ ਹੀ ਸਤਿਗੁਰੂ ਜੀ ਕਿਰਪਾ ਕਰਦੇ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਨ, ਜਿਵੇਂ ਬਾਲਕ ਆਪਣੇ ਪਿਤਾ ਉੱਪਰ ਮਾਣ ਕਰਦਾ, ਭਰੋਸਾ ਕਰਦਾ, ਵਿਸ਼ਵਾਸ ਕਰਦਾ। ਪੁੱਤਰ ਨੇ ਕੋਈ ਵਸਤੂ ਮੰਗੀ ਹੈ, ਪੈਸੇ ਮੰਗੇ ਨੇ, ਪਿਤਾ ਨੇ ਦੇਣੇ ਹਨ, ਮੰਗਦਾ ਤਾਂ ਵੀ ਉਹਨੂੰ ਭਰੋਸਾ ਹੈ, ਕਿਉਂਕਿ ਆਪਣਾ ਹੱਕ ਜਤਾਉਂਦਾ ਵੀ ਮੈਂ ਤੇਰਾ ਪੁੱਤਰ ਹਾਂ, ਤੂੰ ਮੇਰਾ ਪਿਤਾ ਹੈ। ਮਹਾਰਾਜ ਜੀ ਕਹਿੰਦੇ ਕਿਤੇ ਬਾਲਕ ਬਣ ਕੇ ਮੰਗ ਕੇ ਦੇਖ ਸਤਿਗੁਰਾਂ ਦੇ ਪਾਸੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਿਹਾ
ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਕਿਤੇ ਐਸਾ ਰਿਸ਼ਤਾ ਬਣਾ ਪਰਮੇਸ਼ਰ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਾਲ। ਜਦੋਂ ਐਸਾ ਰਿਸ਼ਤਾ ਬਣਾਏਗਾ, ਇਹ ਭਰੋਸੇ ਨਾਲ ਮੰਗੇਗਾ, ਫਿਰ ਤੇਰੀ ਝੋਲੀ ਖਾਲੀ ਨਹੀਂ ਹੋਏਗੀ, ਮਹਾਰਾਜ ਤੇਰੀਆਂ ਝੋਲੀਆਂ ਭਰ ਦੇਣਗੇ। ਕਿਤੇ ਬਾਲਕ ਬਣ ਕੇ ਮੰਗਣ ਦੀ ਤੈਨੂੰ ਜਾਚ ਆ ਜਾਏ, ਪਰ ਤੂੰ ਮੰਗਦਾ ਹੈ ਸਿਆਣਾ ਹੋ ਕੇ, ਸਿਆਣਪ ਵਰਤਦਾ ਆਪਣੀ। ਮਹਾਰਾਜ ਦੇ ਤੁਸੀਂ ਇਸ ਤਰ੍ਹਾਂ ਕਰੋਗੇ, ਮੈਂ ਇਸ ਤਰ੍ਹਾਂ ਕਰਾਂਗਾ। ਆਪਣੀ ਸਿਆਣਪ ਅੱਗੇ ਰੱਖੀ ਹੈ, ਪਹਿਲਾਂ ਮੇਰਾ ਆਹ ਕੰਮ ਕਰੋ, ਫਿਰ ਮੈਂ ਆਹ ਕੰਮ ਕਰਾਂ। ਕਦੇ ਬਾਲਕ ਤਾਂ ਨਹੀਂ ਆਂਦਾ ਇਸ ਤਰ੍ਹਾਂ ਕਹਿੰਦਾ ਵੀ ਪਿਤਾ ਜੀ ਮੈਨੂੰ ਇਸ ਤਰ੍ਹਾਂ ਕਰੋ ਜੇ ਤਾਂ ਮੈਂ ਆਹ ਕਰਾਂਗਾ, ਨਹੀਂ। ਬਾਲਕ ਨੂੰ ਭਰੋਸਾ ਹੈ ਵੀ ਮੈਨੂੰ 1-2 ਦਿਨ ਬਾਅਦ ਇਹ ਚੀਜ਼ ਵਸਤੂ ਮਿਲ ਜਾਣੀ ਹੈ, ਕਿਉਂਕਿ ਪਿਤਾ ਨੇ ਪੈਦਾ ਕਰਕੇ ਦੇਣੀ, ਜਿੱਥੋਂ ਮਰਜ਼ੀ ਕਰਕੇ ਦੇਵੇ। ਔਰ ਜੇ ਇਸ ਤਰ੍ਹਾਂ ਦਾ ਭਰੋਸਾ ਬਣ ਗਿਆ, ਕਹਿਣ ਲੱਗੇ ਗੁਰਸਿੱਖੋ ਆਪਣੇ ਗੁਰੂ ਪ੍ਰਤੀ ਸਿਦਕ ਬਣਾਓ, ਔਰ ਫਿਰ ਹੋਵੇ ਅਧਿਕ ਪ੍ਰਸਾਦ, ਗੁਰੂ ਦੀ ਕਿਰਪਾ ਅਧਿਕ ਕਿਰਪਾ ਹੋਏਗੀ, ਵੱਧ ਕਿਰਪਾ ਹੋਏਗੀ ਜਦੋਂ ਸਿਦਕ, ਜੈਸਾ ਸਿਦਕ ਬਣਾਓਗੇ, ਜੈਸੀ ਤੁਹਾਡੇ ਹਿਰਦੇ ਅੰਦਰ ਪ੍ਰੀਤ ਹੈ, ਤੈਸਾ ਸਤਿਗੁਰੂ ਜੀ ਪ੍ਰਸਾਦ ਬਖਸ਼ਿਸ਼ ਕਰਨਗੇ। ਸ੍ਰੀ ਗੁਰ ਕੇ ਪਾਇਨ ਪਰ ਮੇਟੈ ਜਗਤ ਬਿਖਾਰ। ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕਰਕੇ, ਮਹਾਰਾਜ ਜੀਆਂ ਦੇ ਚਰਣੀ ਪੈ ਕੇ, ਔਰ ਜਗਤ ਦੇ ਜਿਹੜੇ ਜੰਜਾਲ ਹਨ ਸਾਰਾ ਕੁਝ ਮਿਟ ਜਾਣਾ। ਜਗਤ ਦੇ ਵਿਖਾਦ, ਜਗਤ ਦੇ ਝਗੜੇ ਬਖੇੜੇ ਜਿਹੜੇ ਹਨ ਉਹ ਦੂਰ ਹੋ ਜਾਣੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ, ਮਹਾਰਾਜ ਜੀਆਂ ਦੇ ਚਰਨ ਫੜ ਲਏ। ਸਤਿਗੁਰਾਂ ਦੇ ਚਰਨੀ ਪੈਣ ਨਾਲ ਕਹਿੰਦੇ ਸਾਰੇ ਝਗੜੇ ਮਿਟ ਜਾਂਦੇ ਹਨ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਜੇ ਭਰੋਸਾ ਬਣ ਗਿਆ ਤੇਰਾ, ਫਿਰ ਲੋਕਾਂ ਦੀ ਚਤੁਰਾਈ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸ਼ਰਨ ਤੁਹਾਰੀ, ਹਰ ਜੀਓ ਰਾਖੋ ਲਾਜ ਮੁਰਾਦ। ਕਹਿੰਦੇ ਭਾਈ ਆਓ, ਮਹਾਰਾਜਿਆਂ ਦੇ ਚਰਨ ਫੜ ਲੈ, ਤੇਰੇ ਸਾਰੇ ਬਖੇੜੇ ਸਾਰੇ ਝਗੜੇ ਮਿਟ ਜਾਣੇ ਹਨ। ਹੁਣ ਚਰਨ ਸਤਿਗੁਰਾਂ ਦੇ ਕਿਹੜੇ ਕਿਤੇ ਮੰਜੀ ਸਾਹਿਬ ਦੇ ਪਾਵੇ ਨਹੀਂ ਫੜਨੇ। ਮਹਾਰਾਜ ਜੀ ਕਹਿੰਦੇ ਭਾਈ ਚਰਨ ਨੇ ਸਤਿਗੁਰਾਂ ਦੇ, ਚਿੱਤ ਚਰਨ ਨਾਮ, ਪਰਮੇਸ਼ਰ ਦਾ ਨਾਮ ਤੇਰੇ ਚੇਤੇ ਵਿੱਚ ਵਸੇ। ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਕਣਾ। ਚੇਤ ਦੇ ਮਹੀਨੇ ਅੰਦਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਘਣਾ ਆਨੰਦ। ਘਣੇ ਦੀ ਕੋਈ ਵਿਆਖਿਆ ਨਹੀਂ, ਕਿੰਨਾ ਕੁ ਆਨੰਦ ਹੋਏਗਾ ਸਤਿਗੁਰੂ ਜੀ ਕਹਿੰਦੇ ਕੋਈ ਗਿਣਤੀ ਨਹੀਂ ਹੈ। ਘਣਾ ਆਨੰਦ ਤੈਨੂੰ ਪ੍ਰਾਪਤ ਹੋਏਗਾ। ਘਣਾ ਆਨੰਦ ਦੇਖਿਆ ਭਾਈ ਮਤੀ ਦਾਸ ਜੀ ਦੇ ਹਿਰਦੇ ਅੰਦਰ, ਹਾਰੇ ਨਾਲ ਚੀਰੇ ਜਾ ਰਹੇ ਨੇ, ਤਨ ਦੋ ਫਾੜ ਹੋ ਰਿਹਾ ਹੈ, ਔਰ ਘਣਾ ਆਨੰਦ ਹੈ ਹਿਰਦੇ ਅੰਦਰ। ਜਿੱਥੇ ਅਸੀਂ ਬੈਠੇ ਹਾਂ ਇੱਥੇ ਵੀ ਭਾਈ ਮਤੀ ਦਾਸ ਜੀ ਦੇ ਚਰਨ ਪਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਨਾਲ ਚੱਲ ਕੇ ਆਏ। ਜਦੋਂ ਸਤਿਗੁਰੂ ਜੀ 5 ਸਿੱਖਾਂ ਨਾਲ ਚੱਲ ਕੇ ਆਏ, ਜਿਹੜੇ ਦਿੱਲੀ ਵਿਖੇ ਸ਼ਹੀਦ ਹੋਏ ਨੇ ਸਤਿਗੁਰਾਂ ਦੇ ਪਿਆਰੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਤਿੰਨੇ ਹੀ ਸਿੱਖ ਇੱਥੇ ਨਾਲ ਆਏ ਸਨ ਮਹਾਰਾਜ ਜੀ। ਔਰ ਭਾਈ ਉਦੈ ਜੀ, ਭਾਈ ਗੁਰਦਿੱਤਾ ਜੀ, ਉਹਨਾਂ ਦੀ ਵੀ ਮਹਾਰਾਜ ਜੀਆਂ ਨੇ ਡਿਊਟੀ ਲਾਈ ਸੀ। ਇਸ ਕਰਕੇ ਘਣਾ ਆਨੰਦ ਹੈ ਹਿਰਦੇ ਅੰਦਰ ਭਾਈ ਸਤੀ ਦਾਸ ਜੀ ਦੇ। ਰੂੰਚ ਲਪੇਟ ਦਿੱਤਾ ਗਿਆ, ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਔਰ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਆਸੇ-ਪਾਸੇ ਲੋਕ ਖੜੇ ਵੀ ਦੂਰ ਦੂਰ ਹੋ ਜਾਓ। ਭਾਈ ਸਤੀ ਦਾਸ ਜੀ ਨੂੰ ਜਦੋਂ ਅੱਗ ਲੱਗੀ, ਕਿਤੇ ਭੱਜਣਗੇ ਤੁਹਾਡੇ ਸਰੀਰਾਂ ਨੂੰ ਨਾ ਕਿਤੇ ਅੱਗ ਚੜ ਜਾਏ। ਭਾਈ ਸਤੀ ਦਾਸ ਜੀ ਕਹਿੰਦੇ ਨਹੀਂ ਭਲਿਓ, ਭੱਜਣ ਦੀ ਲੋੜ ਨਹੀਂ ਹੈ ਤੈਨੂੰ। ਭੱਜਦਾ ਉਹ ਹੁੰਦਾ ਜਿਹੜਾ ਕਾਇਰ ਹੁੰਦਾ ਹੈ। ਅਸੀਂ ਤਾਂ ਆਪਣਾ ਆਪਾ ਗੁਰੂ ਨੂੰ ਸਮਰਪਣ ਕੀਤਾ ਹੋਇਆ ਹੈ। ਇਸ ਕਰਕੇ ਅੱਗ ਤਾਂ ਸਾਡੇ ਸਰੀਰ ਨੂੰ ਸਾੜੇਗੀ, ਪਰ ਜਿਹੜਾ ਅੰਦਰ ਦਾ ਘਣਾ ਆਨੰਦ ਹੈ ਉਹ ਨਹੀਂ ਔਰੰਗਜ਼ੇਬ ਸਾੜ ਸਕਦਾ। ਭਾਈ ਦਿਆਲਾ ਜੀ ਦਾ ਸਾਰਾ ਤਨ ਜਿਹੜਾ ਸੀ ਕਹਿਣ ਲੱਗੇ ਚਰਬੀ ਦੇਗੇ ਦੇ ਵਿੱਚ ਢਲ ਗਈ, ਉਬਲ ਰਹੇ ਹਨ, ਪਰ ਅੰਦਰ ਜਿਹੜਾ ਘਣਾ ਆਨੰਦ ਹੈ ਉਹ ਨਹੀਂ ਖੋ ਸਕਿਆ ਔਰੰਗਜ਼ੇਬ। ਕਾਜੀ ਸਾਹਮਣੇ ਖੜਾ ਦੇਖਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਸਨਮੁਖ ਆਪਣਾ ਆਪਾ ਵਾਰ ਦਿੱਤਾ। ਘਣਾ ਆਨੰਦ ਸੀ ਹਿਰਦੇ ਅੰਦਰ। ਕਹਿੰਦੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ,
ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਫੜ ਲਏ, ਉਹਨਾਂ ਦੇ ਜੀਵਨ ਦੇ ਜਿਹੜੇ ਵਿਖਾਦ ਝਗੜੇ ਸੀ ਉਹ ਦੂਰ ਹੋ ਗਏ। ਸਾਲ ਪੱਤਰ ਸਤਿਗੁਰੂ ਜੀ ਸਿੱਖਣ ਦੇਤ ਅਨਾਏ। ਮਹਾਰਾਜਿਆਂ ਨੇ ਗੁਰਸਿੱਖਾਂ ਤੋਂ ਸਾਲ ਪੱਤਰ ਮੰਗਵਾਏ ਹਨ। ਜ਼ਖਮ ਮਿਟੈ ਕਾਇਲ ਖਰੋ ਇਹ ਵਿਦ ਦਈ ਬਤਾਏ। ਜਿਹੜਾ ਸਾਲ ਪੱਤਰ ਹੈ ਜ਼ਖਮ ਤੇ ਲਾਇਆ ਜਾਂਦਾ, ਜ਼ਖਮ ਨੂੰ ਮੇਟਣ ਵਾਸਤੇ। ਕਹਿਣ ਲੱਗੇ ਭਾਈ, ਬਿਰਹਾ ਦਾ ਜਿਹੜਾ ਦੁੱਖ ਹੈ, ਵਿਛੋੜੇ ਦਾ ਦੁੱਖ ਇੱਕ ਜ਼ਖਮ ਹੈ, ਇੱਕ ਪੀੜ ਹੈ, ਔਰ ਇਹ ਜਿਹੜੀ ਪੀੜ ਹੈ ਪਰਮੇਸ਼ਰ ਦਾ ਨਾਮ ਦੂਰ ਕਰਦਾ ਹੈ। ਸਾਲ ਪੱਤਰ ਜਿਹੜਾ ਬਾਹਰੀ ਜ਼ਖਮ ਦੂਰ ਕਰਦਾ, ਪਰ ਹਿਰਦੇ ਦੀ ਬਿਰਹਾ, ਜਿਸ ਹਿਰਦੇ ਅੰਦਰ ਬਿਰਹਾ ਹੈ, ਬਿਰਹਾ ਦੀ ਜਿਹੜੀ ਤਪਸ਼, ਬਿਰਹਾ ਦਾ ਦੁੱਖ, ਪਰਮੇਸ਼ਰ ਦਾ ਨਾਮ ਦੇ ਦੁਆਰਾ ਮਿਲਾਪ ਹੈ ਜੀਵ ਆਤਮਾ ਔਰ ਪਰਮਾਤਮਾ ਦਾ। ਜਿਉਂ-ਜਿਉਂ ਜੀਵ ਨਾਮ ਜਪਦਾ ਤਿਉਂ-ਤਿਉਂ ਪਰਮੇਸ਼ਰ ਦੇ ਨੇੜੇ ਜਾਂਦਾ, ਤਿਉਂ-ਤਿਉਂ ਇਹਨੂੰ ਸਕੂਨ ਮਿਲਦਾ, ਸੁੱਖ ਮਿਲਦਾ। ਮਹਾਰਾਜ ਜੀ ਕਹਿੰਦੇ ਜਿਵੇਂ ਸਾਲ ਪੱਤਰ ਦੁੱਖ ਦੂਰ ਕਰਦਾ ਹੈ, ਪਰਮੇਸ਼ਰ ਦਾ ਨਾਮ ਜਨਮ ਮਰਨ ਦਾ ਦੁੱਖ ਦੂਰ ਕਰਦਾ ਹੈ। ਸ਼ਾਹ ਸਿਕੰਦਰ ਗੁਰਮੁਖ ਆਇਓ ਵਿੱਚ ਪੰਜਾਬ। ਜਦੋਂ ਸ਼ਾਹ ਸਿਕੰਦਰ ਨੇ ਆ ਕਰਕੇ ਪੰਜਾਬ ਤੇ ਇਹ ਜਿੱਤ ਪ੍ਰਾਪਤ ਕੀਤੀ। ਸ਼ਾਹ ਸਿਕੰਦਰ ਨਾਮੇ ਇੱਕ ਹਕੀਮ ਵੀ ਹੈ ਗੁਰਮ ਦੇਸ਼ ਦਾ। ਸ਼ਾਹ ਸਿਕੰਦਰ ਨਾਮੇ ਹਕੀਮ ਇੱਕ ਬਾਦਸ਼ਾਹ ਹੋਇਆ ਜਿਹਨੇ ਇਹ ਮੁਲਕ ਜਿੱਤਿਆ ਹੈ। ਇੱਕ ਗੁਰਮ ਦਾ ਕਹਿਣ ਲੱਗੇ ਹਕੀਮ ਹੈ। ਜਦੋਂ ਇਹ ਪੰਜਾਬ ਵਿੱਚ ਆਇਆ ਹੈ, ਤਿਨ ਕਰ ਇਲਮੀ ਤਬਕ ਕੋ ਤਾਲਬ ਕੀਨ ਸ਼ਤਾਬ। ਕਹਿਣ ਲੱਗੇ ਇਸ ਹਕੀਮ ਨੇ, ਜਦੋਂ ਉਸ ਦੇ ਪਾਸ ਚਿਕਿਤਸਾ ਸੀ, ਇਲਮ ਸੀ, ਔਰ ਉਸ ਇਲਮ ਦੇ ਦੁਆਰਾ ਕਹਿਣ ਲੱਗੇ ਉਹਨੇ ਇੱਕ ਜਿਹੜੀ ਬੂਟੀ ਸੀ, ਇੱਕ ਦਵਾਈ ਤਿਆਰ ਕੀਤੀ ਹੈ। ਵਿਦਿਆ ਤਿਸਕੇ ਸਦਨ ਇਹ ਬੀਤੇ ਬਰਖ 50। ਔਰ ਇਹ ਵਿਦਿਆ ਪੜ੍ਹਾਉਂਦਾ ਸੀ, ਤਲਬ ਦਿੰਦਾ ਸੀ, ਚਿਕਿਤਸਾ ਦਾ ਮਾਹਰ ਸੀ। ਕਹਿਣ ਲੱਗੇ ਇਹ ਜਿਹੜਾ ਸਿਕੰਦਰ ਨਾਮੇ ਵੈਦ ਸੀ, ਹਕੀਮ ਸੀ, ਔਰ ਇਹਨੇ ਜਦੋਂ ਵਿਦਿਆਰਥੀਆਂ ਨੂੰ ਕਹਿਣ ਲੱਗੇ ਸਿੱਖਿਆ ਦਿੱਤੀ, ਚਿਕਿਤਸਾ ਜਿਹੜਾ ਸੀ ਇਹ ਪੜ੍ਹਾਇਆ, ਔਰ ਇਹ ਪੜ੍ਹਾਉਂਦਿਆਂ 50 ਸਾਲ ਦਾ ਸਮਾਂ ਜਿਹੜਾ ਸੀ ਉਹ ਬਤੀਤ ਹੋਇਆ। ਲੁਧਕ ਨਗਰ ਮਹਿ ਪਾਸ ਹੋਵੇ ਸਤ ਵਸਤ ਚਹਿਤਾਸ। ਔਰ ਲੁਧਿਆਣੇ ਦੇ ਕੋਲ, ਲੁਧਕ ਨਗਰ ਲੁਧਿਆਣੇ ਸ਼ਹਿਰ ਦੇ ਕੋਲ ਇਹਦਾ ਵਾਸਾ ਰਿਹਾ ਹੈ। 50 ਵਰੇ ਇਹਨੇ ਇੱਥੇ ਬਤੀਤ ਕੀਤੇ ਹਨ। ਔਰ ਇਹਦੇ ਕੋਲ ਕਹਿਣ ਲੱਗੇ ਇਹ ਜਿਹੜੀਆਂ ਵਸਤੂਆਂ ਸਨ, ਨਾਲ ਕਹਿਣ ਲੱਗੇ ਨੇ ਪਰਮਾਰਥ ਦਾ ਜਿਹੜਾ ਰਸਤਾ ਸੀ, ਆਪਣੇ ਵਿਦਿਆਰਥੀਆਂ ਨੂੰ ਪਰਮਾਰਥ ਦੇ ਰਸਤੇ ਤੇ ਤੁਰਨ ਦੀ ਸਿੱਖਿਆ ਵੀ ਦਿੱਤੀ। ਅਧਿਆਪਕ ਉਹ ਹੈ ਜਿਹੜਾ ਦੁਨਿਆਵੀ ਵਿੱਦਿਆ ਦੇ ਨਾਲ ਆਪਣੇ ਸਿੱਖਿਆਰਥੀਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪਰਮਾਰਥ ਦਾ ਰਸਤਾ ਵੀ ਦਿਖਾਵੇ। ਹੁਣ ਤਾਂ ਸਕੂਲਾਂ ਦੇ ਵਿੱਚ ਬਹੁਤ ਘੱਟ ਜਿਹੜੀ ਗੁਰਮੁਖੀ ਪੜ੍ਹਾਈ ਜਾਂਦੀ, ਕਿਉਂਕਿ ਜੇ ਸ਼ੁਰੂਆਤ ਗੁਰਮੁਖੀ ਤੋਂ ਹੋਵੇ, ਗੁਰਮੁਖੀ ਪੜ੍ਹਾਈ ਜਾਏ ਤਾਂ ਬਾਲਕ ਦਾ ਜਿਹੜਾ ਸੁਭਾਅ ਹੈ ਉਹ ਫਿਰ ਗੁਰੂ ਦਰ ਦੇ ਨਾਲ ਜੁੜਿਆ ਰਹਿੰਦਾ। ਹੁਣ ਕਈ ਐਸੇ ਸਕੂਲ ਹਨ, ਅਕੈਡਮੀਆਂ ਹਨ ਜਿਹੜੇ ਗੁਰਬਾਣੀ ਨਾਲ ਬੱਚਿਆਂ ਨੂੰ ਸੰਥਿਆ ਦਿੰਦੇ, ਔਰ ਉਹਦਾ ਫਿਰ ਮਨ ਜਿਹੜਾ ਹੈ ਗੁਰੂ ਦਰ ਨਾਲ ਜੁੜਿਆ ਰਹਿੰਦਾ। ਕਹਿੰਦੇ ਵੀ ਉਹ ਐਸਾ ਅਧਿਆਪਕ ਸੀ ਜਿਹਨੇ ਦੁਨਿਆਵੀ ਚਿਕਿਤਸਾ ਪੜ੍ਹਾਇਆ, ਔਰ ਉੱਥੇ ਉਹਨੇ ਨਾਲ ਆਪਣੇ ਸਿੱਖਿਆਰਥੀਆਂ ਨੂੰ, ਬਾਲਕਾਂ ਨੂੰ ਪਰਮਾਰਥ ਦੇ ਮਾਰਗ 'ਤੇ ਤੁਰਨ ਦੀ ਵੀ ਜਿਹੜੀ ਜੁਗਤ ਹੈ ਉਹ ਦਰਸਾਈ ਕਿ ਆਹ ਪਰਮਾਰਥ ਦਾ ਜਿਹੜਾ ਰਸਤਾ ਹੈ, ਇੱਕ ਸੰਸਾਰ ਦਾ ਰਸਤਾ ਹੈ, ਇੱਕ ਪਰਮਾਰਥ ਦਾ ਰਸਤਾ ਹੈ। ਪਰਮਾਰਥ ਦੇ ਰਸਤੇ 'ਤੇ ਤੁਰਿਆ ਜੀਵ ਨੂੰ ਸੱਚ ਦੀ ਪ੍ਰਾਪਤੀ ਹੁੰਦੀ, ਔਰ ਸੰਸਾਰ ਦੀ ਵਿੱਦਿਆ ਦੇ ਦੁਆਰਾ ਵੱਡੇ ਜਿਹੜੇ ਸਾਇੰਸਦਾਨ, ਡਾਕਟਰ ਜਿਹੜੇ ਲੋਭੀ ਦੇਖੇ ਆਪਾਂ ਸੰਸਾਰ 'ਤੇ। ਕਹਿਣ ਲੱਗੇ ਜਿਉਂ ਵਿੱਦਿਆ ਪੜ੍ਹਦਾ ਹੈ ਤਿਉਂ ਮਨ ਜਿਹੜਾ ਹੈ ਲੋਭੀ ਹੋਈ ਜਾਂਦਾ, ਆਪਣੀ ਫੀਸ ਉਹਦੀ ਵੱਧਦੀ ਜਾਂਦੀ ਹੈ। ਇਸ ਕਰਕੇ ਜੇ ਨਾਲ ਪਰਮਾਰਥ ਦਾ ਰਸਤਾ ਪ੍ਰਾਪਤ ਹੋਵੇ, ਫਿਰ ਉਹਦੇ ਮਨ ਵਿੱਚ ਪਰਮੇਸ਼ਰ ਦੇ ਪ੍ਰਤੀ ਵੀ ਭੈ ਰਹਿੰਦਾ ਹੈ, ਫਿਰ ਉਹਦਾ ਸੁਭਾਅ ਜਿਹੜਾ ਹੈ ਉਹ ਦਿਆਲੂ ਬਣਿਆ ਰਹਿੰਦਾ ਹੈ, ਪਰਉਪਕਾਰੀ ਬਿਰਤੀ ਬਣੀ ਰਹਿੰਦੀ ਹੈ। ਇਸ ਤਰ੍ਹਾਂ ਦੀ ਜਿਹੜੀ ਵਿੱਦਿਆ ਹੈ, ਨਾਲ ਇਹ ਜਿਹੜਾ
ਸਿਕੰਦਰ ਨਾਮੀ ਵੈਦ ਹੈ ਪੜ੍ਹਾਉਂਦਾ ਹੈ। ਬਾਕੀ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਕੱਲ੍ਹ ਦੇ ਪ੍ਰਕਰਣ ਵਿੱਚ ਸਰਵਣ ਕਰਾਂਗੇ। ਜਿੰਨਾ ਮਹਾਨ ਉੱਤਮ ਜਸ ਸਤਿਗੁਰਾਂ ਨੇ ਕਿਰਪਾ ਕੀਤੀ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ। ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਹੋਈਆਂ ਫੁੱਲਾਂ ਦੀ ਖਿਮਾ ਜੀ। ਮੌਸਮ ਦੀ ਤਬਦੀਲੀ ਅਨੁਸਾਰ ਕੱਲ੍ਹ ਤੋਂ ਸਮੇਂ ਦੇ ਅੰਦਰ 15 ਮਿੰਟਾਂ ਦੀ ਤਬਦੀਲੀ ਹੈ। ਕੱਲ੍ਹ ਨੂੰ ਕਥਾ 4:45 ਤੋਂ 5:45 ਵਜੇ ਹੋਏਗੀ। ਸਮੇਂ ਸਿਰ ਪਹੁੰਚ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਨਾਨਕ ਚਾਓਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾਸ। ਹੇ ਸੰਗੀ ਹੈ ਹੇ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਰਹਿ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਹੇ ਧਾਰਾ ਆਧਾਰ। ਹੇ ਠਾਕੁਰ ਹਉ ਦਸਰੋ, ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ। ਖੋਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਤੇਰੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੈ, ਤੁਹਾਰ ਦੁਆਰ। ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੈ, ਕਹੇ ਤੁਹਾਰ ਦੁਆਰ। ਵਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।